ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 473 ਤੇ ਅੱਧ ਟੱਪ ਕੇ ਪੌੜੀ 2 ਨੰਬਰ ਤੋਂ ਬਾਅਦ ਹੈ ਪੌੜੀ। ਸਭ ਕੋ ਆਖੈ ਆਪਣਾ, ਜਿਸ ਨਾਹੀਂ ਸੋ ਚੁਣ ਕੱਢੀਐ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ। ਜਾਂ ਰਹਿਣਾ ਨਾਹੀਂ ਐਤ ਜਗ, ਤਾਂ ਕਾਇਤ ਗਾਰਬ ਹੰਢੀਐ। ਮੰਦਾ ਕਿਸੈ ਨਾ ਆਖੀਐ, ਪੜ੍ਹ ਅੱਖਰ ਇਹੋ ਬੁਝੀਐ। ਮੂਰਖੈ ਨਾਲ ਨਾ ਲੁਝੀਐ। ਗੁਰੂ ਮਾਏ ਫਰਮਾਨ ਕਰਦੇ ਨੇ, ਸਭ ਕੋ ਆਖੈ ਆਪਣਾ। ਸਭ ਆਪਣੇ ਬਾਰੇ ਹੀ ਗੱਲਾਂ ਕਰਦੇ ਹਨ, ਭਾਵ ਗੱਲਾਂ ਬਾਤਾਂ 'ਚ ਹਉਮੈ ਕਰਦੇ ਨੇ। ਹਰ ਮਨੁੱਖ 'ਚ ਹਉਮੈ ਹੁੰਦੀ ਹੈ, ਕਿਸੇ 'ਚ ਜ਼ਿਆਦਾ ਹੁੰਦੀ ਹੈ, ਕਿਸੇ ਥੋੜ੍ਹੀ ਹੁੰਦੀ। ਕਿਉਂਕਿ ਇੱਕ ਪ੍ਰਵਿਰਤੀ ਹੈ, ਇਹਨੂੰ ਕਹਿੰਦੇ ਜਨਮ ਜਾਤ ਪ੍ਰਵਿਰਤੀ, ਇੰਸਟਿੰਕਟ ਜਿਹਨੂੰ ਇੰਗਲਿਸ਼ ਕਹਿੰਦੇ ਨੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਪ੍ਰਵਿਰਤੀਆਂ ਨੇ। ਇਹ ਕੀੜੇ ਤੋਂ ਲੈ ਕੇ ਇਨਸਾਨ ਤੱਕ ਸਭ ਦੇ ਵਿੱਚ ਹੁੰਦੀਆਂ। ਇੰਨੇ ਕਿ ਕਿਸੇ 'ਚ ਜ਼ਿਆਦਾ, ਕਿਸੇ 'ਚ ਘੱਟ। ਜਿਵੇਂ ਕਿਸੇ 'ਚ ਕਾਮ ਜ਼ਿਆਦਾ ਹੈ, ਕਿਸੇ 'ਚ ਕ੍ਰੋਧ ਜ਼ਿਆਦਾ ਹੈ, ਕਿਸੇ 'ਚ ਲੋਭ ਜ਼ਿਆਦਾ ਹੈ, ਕਿਸੇ 'ਚ ਮੋਹ ਜ਼ਿਆਦਾ ਹੈ, ਕਿਸੇ 'ਚ ਹੰਕਾਰ ਜ਼ਿਆਦਾ ਹੈ। ਪਰ ਇਹ ਪੰਜੇ ਚੀਜ਼ਾਂ ਹੁੰਦੀਆਂ ਹਰ ਇੱਕ ਵਿੱਚ ਨੇ। ਇਸ ਲਈ ਮਨੁੱਖ ਹਉਮੈ ਕਰਦਾ, ਆਪਣੇ ਬਾਰੇ ਹੀ ਬਹੁਤ ਦਸਤਰ ਨੇ। ਮੈਂ ਆਹ ਕੀਤਾ, ਮੈਂ ਆਹ ਕਰਾਂਗਾ, ਮੈਂ ਆਹ ਹਾਂ, ਮੈਂ ਉਹ ਹਾਂ। ਸੋ ਹਉਮੈ ਕਰਦਾ। ਜਿਸ ਨਾਹੀਂ ਸੋ ਚੁਣ ਕੱਢੀਐ, ਜਿਹਦੇ 'ਚ ਹਉਮੈ ਨਹੀਂ ਹੈ ਉਹ ਕਦੇ ਚੁਣ ਕੇ ਬਾਹਰ ਕੱਢੋ, ਦਿਖਾਓ ਕਿਹਦੇ 'ਚ ਹਉਮੈ ਨਹੀਂ ਹੈ। ਵੀ ਉਹ ਲਿਓ ਲੱਭ ਕੇ ਜਿਹ 'ਚ ਹੰਕਾਰ ਜਾਂ ਹਉਮੈ ਨਹੀਂ ਹੈ। ਭਾਵ ਇਹ ਸਾਰਿਆਂ 'ਚ ਹੁੰਦੀ ਹੈ। ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ। ਸੰਢੀਆ ਹੁੰਦਾ ਲੇਖਾ ਦੇਣਾ। ਹਰ ਇੱਕ ਨੇ ਆਪਣੇ ਆਪਣੇ ਕੀਤੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਹੈ। ਜਦੋਂ ਧਰਮਰਾਜ ਦੇ ਜੀਵ ਆਤਮਾ ਜਾਂਦੀ ਹੈ ਤਾਂ ਹਰ ਇੱਕ ਨੂੰ ਆਪਣੇ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਂਦਾ ਹੈ। ਲੇਖਾ ਕਰਮਾਂ ਦਾ ਹਿਸਾਬ ਕਿਤਾਬ, ਵੀ ਆਹ ਚੰਗੇ ਕੰਮ ਕੀਤੇ, ਆਹ ਮੰਦੇ ਕੰਮ ਕੀਤੇ, ਆਹ ਲੋਕਾਂ ਦੇ ਸਾਹਮਣੇ ਕੀਤੇ, ਆਹ ਲੋਕਾਂ ਤੋਂ ਛੁਪਾ ਕੇ ਕੀਤੇ। ਉਹ ਸੰਢੀਏ ਉਹਦਾ ਹਿਸਾਬ ਕਿਤਾਬ ਮਨੁੱਖ ਆਪ ਹੀ ਦਿੰਦਾ ਆਪਣੇ ਕਰਮਾਂ ਦਾ। ਭਾਵ ਜੋ ਅਸੀਂ ਕਰਮ ਕਰਦੇ ਹਾਂ ਉਹਦਾ ਸਾਨੂੰ ਫਲ ਮਿਲਣਾ ਹੀ ਮਿਲਣਾ ਹੈ, ਚੰਗੇ ਦਾ ਵੀ ਮੰਦੇ ਦਾ ਵੀ। ਜਿੰਨਾ ਚਿਰ ਸਿਰਫ ਵਿਚਾਰ ਹੈ ਉਹਨਾਂ ਚਿਰ ਸਜ਼ਾ ਨਹੀਂ ਮਿਲਦੀ। ਮੰਨ ਲਓ ਮੇਰਾ ਵਿਚਾਰ ਹੈ ਚੋਰੀ ਕਰਨ ਦਾ, ਪਰ ਜਿੰਨਾ ਚਿਰ ਮੈਂ ਚੋਰੀ ਕਰਦਾ ਨਹੀਂ, ਕਰਮ ਕਰਦਾ ਨਹੀਂ, ਉਹਨਾਂ ਚਿਰ ਮੈਨੂੰ ਸਜ਼ਾ ਨਹੀਂ ਮਿਲਦੀ। ਕਿਉਂਕਿ ਜੇ ਸਿਰਫ ਮੇਰਾ ਵਿਚਾਰ ਹੈ, ਜਦੋਂ ਉਸ ਵਿਚਾਰ ਨੂੰ ਮੈਂ ਪ੍ਰੈਕਟੀਕਲ ਰੂਪ ਦਿੱਤਾ, ਉਹ ਕਰਮ ਕੀਤਾ, ਫਿਰ ਇੱਕ ਕਰਮ ਬਣ ਗਿਆ ਹੈ, ਉਹਦਾ ਫਿਰ ਫਲ ਮਿਲਣਾ ਹੀ ਮਿਲਣਾ ਹੈ। ਇਸ ਲਈ ਕਹਿੰਦੇ ਹਰ ਇੱਕ ਨੂੰ ਆਪੋ ਆਪਣੇ ਕੀਤੇ ਕੰਮਾਂ ਦਾ ਫਲ ਦੇਣਾ ਪੈਂਦਾ, ਹਿਸਾਬ ਕਿਤਾਬ ਦੇਣਾ ਪੈਂਦਾ। ਜਾਂ ਰਹਿਣਾ ਨਾਹੀਂ ਐਤ ਜਗ, ਤਾਂ ਕਾਇਤ ਗਾਰਬ ਹੰਢੀਐ। ਜਾਂ ਮੈਨੇ ਜਦੋਂ, ਐਤ ਮੈਨੇ ਇਸ, ਜਦੋਂ ਇਸ ਸੰਸਾਰ 'ਚ ਸਦਾ ਰਹਿਣੀ ਨਹੀਂ,
ਕਿਸੇ ਨੇ 10 ਸਾਲ ਰਹਿਣਾ, ਕਿਸੇ ਨੇ 20 ਸਾਲ, 50 ਸਾਲ, 100 ਸਾਲ, ਜਿੰਨਾ ਕੋਈ ਲਿਖਾ ਕੇ ਲੈ ਉਨੇ ਸਾਲ ਹੀ ਉਸਨੇ ਇਸ ਸੰਸਾਰ 'ਚ ਰਹਿਣਾ। ਸਮਝਾਇਆ ਵੀ ਜਦੋਂ ਇਸ ਸੰਸਾਰ 'ਚ ਸਦਾ ਰਹਿਣਾ ਹੀ ਨਹੀਂ ਹੈ ਤਾਂ ਕਾਇਤ ਗਾਰਬ ਹੰਡੀਏ। ਗਾਰਬ ਦਾ ਹੰਕਾਰ ਵਿੱਚ ਕਾਇਤ ਮੈਨੇ ਕਿਉਂ, ਹੰਡੀਏ ਮੈਨੇ ਫਿਰਨਾ। ਫਿਰ ਕਿਉਂ ਹੰਕਾਰ 'ਚ ਫਿਰੀ ਜਾਣਾ ਵੀ, ਜਦੋਂ ਇੱਥੇ ਸਦਾ ਰਹਿਣਾ ਹੀ ਨਹੀਂ। ਇਹ ਪਤਾ ਹੀ ਨਹੀਂ ਹੈ ਕਿਸੇ ਬੰਦੇ ਨੂੰ ਵੀ ਕੱਲ੍ਹ ਨੂੰ ਮੈਂ ਜਿਉਂਦੇ ਰਹਿਣਾ ਕਿ ਨਹੀਂ ਰਹਿਣਾ। ਹੁਣ ਜੀ ਠੀਕ ਹੈ, ਹੋਪ ਸਸਟੇਨਸ ਲਾਈਫ, ਆਸ ਤੇ ਸੰਸਾਰ ਹੈ। ਮਨੁੱਖ ਆਸ ਤੇ ਜਿਉਂਦਾ ਕਿ ਮੈਂ ਕੱਲ੍ਹ ਨੂੰ ਜਿਉਂਦਾ ਰਹਾਂਗਾ, ਇਸ ਲਈ ਉਹ ਕਰਮ ਕਰਦਾ ਰਹਿੰਦਾ ਹੈ। ਸੋ ਉਂਝ ਇੱਥੇ ਸਦਾ ਨਹੀਂ ਰਹਿਣਾ ਅਸੀਂ, ਇਸ ਸੰਸਾਰ 'ਚ ਅਸੀਂ ਸਦਾ ਨਹੀਂ ਰਹਿਣਾ। ਤਾਂ ਫਿਰ ਸਮਝਾਇਆ ਵੀ ਕਿਉਂ ਫਿਰ ਹੰਕਾਰ ਕਰਨਾ ਹੈ, ਕਾਹਦਾ ਹੰਕਾਰ ਕਰਨਾ। ਅੱਜ ਗਏ ਕੱਲ੍ਹ ਗਏ। ਮੰਦਾ ਕਿਸੇ ਨਾ ਆਖੀਐ, ਪੜ੍ਹ ਅੱਖਰ ਇਹੋ ਬੁੱਝੀਏ। ਬਾਣੀ ਪੜ੍ਹ ਕੇ, ਗਿਆਨ ਦੀ ਗੱਲ ਪੜ੍ਹ ਕੇ ਫਿਰ ਇਹੀ ਸਮਝ ਆਉਂਦੀ ਹੈ ਨਾ। ਸਮਝਣਾ ਫਿਰ ਕੀ ਹੈ, ਬਾਣੀ ਪੜ੍ਹੀ ਫਿਰ ਕੀ ਸਮਝਿਆ। ਮੰਦਾ ਕਿਸੇ ਨਾ ਆਖੀ, ਕਿਸੇ ਨੂੰ ਮੰਦਾ ਨਹੀਂ ਕਹਿਣਾ ਚਾਹੀਦਾ, ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ। ਬਜਾਏ ਕਿਸੇ ਦੂਜਿਆਂ ਦੀ ਪੀੜ੍ਹੀ ਹੇਠਾਂ ਸੋਟੀ ਫੇਰੀਏ, ਸਾਨੂੰ ਆਪਣੀ ਪੀੜ੍ਹੀ ਹੇਠਾਂ ਸੋਟੀ ਫੇਰਨੀ ਚਾਹੀਦੀ। ਦੂਜਿਆਂ 'ਚੋਂ ਨੁਕਸ ਲੱਭਣ ਦੀ ਬਜਾਏ ਆਪਣੇ 'ਚੋਂ ਨੁਕਸ ਲੱਭਣੇ ਚਾਹੀਦੇ ਹਨ। ਜਦੋਂ ਮੈਨੂੰ ਪਤਾ ਲੱਗ ਗਿਆ ਕਿ ਜਦੋਂ ਮੇਰੇ 'ਚ ਹੀ ਨੁਕਸ ਨੇ, ਫਿਰ ਮੈਂ ਦੂਜਿਆਂ ਦੇ ਨੁਕਸ ਕੱਢ ਕੇ ਕੀ ਕਰਾਂਗਾ। ਮਨੁੱਖ ਦੂਜਿਆਂ ਦੇ ਨੁਕਸ ਉਦੋਂ ਕੱਢਦਾ ਹੈ ਜਦੋਂ ਆਪਣੇ ਨਹੀਂ ਵੇਖਦਾ। ਇੱਕ 'ਚ ਕਾਮ ਪ੍ਰਵਿਰਤੀ ਜ਼ਿਆਦਾ, ਦੂਜੇ 'ਚ ਕ੍ਰੋਧ ਵਾਲੀ ਜ਼ਿਆਦਾ ਹੋ ਸਕਦੀ ਹੈ। ਕੋਈ ਜ਼ਰੂਰੀ ਨਹੀਂ ਕਿ ਸਾਰਿਆਂ 'ਚ ਸਾਨੂੰ ਦੂਜੇ ਦੀ ਕਾਮ ਪ੍ਰਵਿਰਤੀ ਦਿਸਦੀ ਹੈ, ਆਪਣੇ ਕ੍ਰੋਧ ਦਾ ਖਿਆਲ ਨਹੀਂ ਹੈ। ਮੈਨੂੰ ਵੀ ਤਾਂ ਕਿੰਨਾ ਕ੍ਰੋਧ ਚੜ੍ਹਦਾ, ਗੁੱਸੇ 'ਚ ਆ ਕੇ ਮੈਂ ਕੀ ਵਰਤਾਵਾ ਬੋਲਦਾ। ਇਸ ਲਈ ਕਹਿੰਦੇ ਮੰਦਾ ਕਿਸੇ ਨਾ ਆਖੀ। ਪੜ੍ਹਾਈ ਕਰਨ ਦਾ ਇਹੀ ਫਾਇਦਾ ਹੈ ਕਿ ਗਿਆਨ ਹੋ ਜਾਏ ਕਿ ਇਸ ਨੂੰ ਮੰਦਾ ਨਹੀਂ ਕਹਿਣਾ। ਮੂਰਖ ਹੈ ਨਾਲ ਨਾ ਲੁੱਝੀਏ, ਲੁੱਝੀਆਂ ਦਾ ਝਗੜਾ ਕਰਨਾ। ਪਤਾ ਵੀ ਹੋਵੇ ਵੀ ਇਹ ਬੰਦਾ ਮੂਰਖ ਹੈ, ਉਹਦੇ ਨਾਲ ਲੜਨਾ ਨਹੀਂ ਚਾਹੀਦਾ। ਮੂਰਖ ਨਾਲ ਵੀ ਲੜਾਈ ਨਹੀਂ ਕਰਨੀ ਚਾਹੀਦੀ, ਕਿਉਂਕਿ ਮੂਰਖ ਨੇ ਤੁਹਾਡੀ ਗੱਲ ਹੀ ਨਹੀਂ ਮੰਨਣੀ। ਇਸ ਲਈ ਉਹਦੇ ਨਾਲ ਝਗੜਾ ਕਰਨ ਦਾ ਕਿਆ ਫਾਇਦਾ। ਸਮਝਾਇਆ ਵੀ ਉਸੇ ਨੂੰ ਹੀ ਜਾ ਸਕਦਾ ਹੈ ਜਿਹੜਾ ਸਮਝਣਾ ਚਾਹੇ। ਜਿਹੜਾ ਸਮਝਣਾ ਹੀ ਨਹੀਂ ਚਾਹੁੰਦਾ, ਉਹਨੂੰ ਸਮਝਾਉਣ ਦਾ ਕਿਆ ਫਾਇਦਾ। ਮੂਰਖ ਹੈ, ਮੂਰਖ ਨਾਲ ਅਸੀਂ ਲੜਨਾ ਨਹੀਂ ਚਾਹੀਦਾ, ਕੋਈ ਫਾਇਦਾ ਨਹੀਂ ਲੜਨ ਦਾ। ਸ਼ਲੋਕ ਮਹਿਲਾ ਪਹਿਲਾ। ਨਾਨਕ ਫਿੱਕੇ ਬੋਲਿਆ, ਖਿਆਲ ਰੱਖਣਾ ਬੋਲਿਆ, ਲੱਲੇ ਨੂੰ ਸਿਆਰੀ ਲੱਗੀ ਹੋਈ। ਨਾਨਕ ਫਿੱਕੇ ਬੋਲੀਏ ਨਹੀਂ ਪੜ੍ਹਨਾ ਇਸਨੂੰ, ਬੋਲਿਆ ਬੋਲਣ ਨਾਲ। ਨਾਨਕ ਫਿੱਕੇ ਬੋਲਿਆ, ਤਨ ਮਨ ਫਿੱਕਾ ਹੋਏ। ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ। ਫਿੱਕਾ ਦਰਗਾਹ ਸੁਟੀਏ। ਇਹ ਦਰਗਾਹ ਪੜ੍ਹਨਾ ਸੁਣ, ਇਹ ਫਾਰਸੀ ਦਾ ਸ਼ਬਦ ਹੈ। ਇਹਨੂੰ ਹਿੰਦੀ ਪੰਜਾਬੀ ਤਰ੍ਹਾਂ ਨਹੀਂ ਪੜ੍ਹਨਾ। ਜੇ ਹਿੰਦੀ ਜਾਂ ਪੰਜਾਬੀ ਦਾ ਸ਼ਬਦ ਹੁੰਦਾ ਫਿਰ ਇਸ ਦਾ ਉਚਾਰਨ ਹੋਣਾ ਸੀ ਦਰਗਾਹ, ਕਿਉਂਕਿ ਨਿਯਮ ਹੈ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਤਾਂ ਬੋਲਣ ਵੇਲੇ ਉਸਨੂੰ ਦਲਾਵਾਂ ਲੱਗਦੀਆਂ। ਦਰਗਾਹ ਜਿਵੇਂ ਪਹਿਲਾ,
ਪੱਪਾ ਹਾਹੇ ਨੂੰ ਸਿਆਰੀ, ਲੱਲੇ ਨੂੰ ਕੰਨਾ। ਪਹਿਲਾ ਹਾਹੇ ਤੋਂ ਪਹਿਲਾ ਅੱਖਰ ਪੱਪਾ ਹੈ। ਪੱਪਾ ਮੁਕਤ ਹੈ, ਇਸ ਲਈ ਆਪਾਂ ਉਹਦੇ ਦਲਾਵਾਂ ਲਾ ਕੇ ਬੋਲਦੇ ਹਾਂ, ਪਹਿਲਾ। ਇਸੇ ਤਰ੍ਹਾਂ ਜੇ ਹਿੰਦੀ ਪੰਜਾਬੀ ਦਾ ਹੁੰਦਾ ਫਿਰ ਆਪਾਂ ਬੋਲਦੇ ਦਰਗਹਿ। ਇਹ ਨਾ ਹਿੰਦੀ ਦਾ ਨਾ ਪੰਜਾਬੀ ਦਾ, ਇਹ ਤਾਂ ਫਾਰਸੀ ਦਾ ਹੈ। ਅਤੇ ਫਾਰਸੀ ਜਿਹਦਾ ਉਚਾਰਨ ਦਰਗਾਹ। ਫਾਰਸੀ ਦਾ ਨਿਯਮ ਹੈ ਹਾਹੇ ਤੋਂ ਪਹਿਲਾ ਅੱਖਰ ਜੇ ਮੁਕਤਾ ਹੋਵੇ ਉਹਨੂੰ ਕੰਨਾਂ ਲਾ ਕੇ ਬੋਲਦੇ ਨੇ, ਦਰਗਾਹ। ਜਿਵੇਂ ਲਿਖਿਆ ਜਾਂਦਾ ਗੱਗੇ ਨੂੰ ਔਂਕੜ ਨੰਨਾ ਹਾਹਾ, ਗੱਗੇ ਨੂੰ ਔਂਕੜ ਨੰਨਾ ਹਾਹਾ। ਜੇ ਹਿੰਦੀ ਪੰਜਾਬੀ ਦਾ ਹੁੰਦਾ ਫਿਰ ਪੜ੍ਹਦੇ ਆਪਾਂ ਗੁਨੇ, ਫਿਰ ਤਾਂ ਉਚਾਰਨ ਕਰਦੇ ਗੁਨੇ। ਪਰ ਇਹ ਤਾਂ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਗੁਨਾਹ, ਇਸ ਲਈ ਇਸਨੂੰ ਗੁਨੇ ਨਹੀਂ ਬੋਲਣਾ, ਉਹ ਹੈ ਗੁਨਾਹ। ਫਾਰਸੀ 'ਚ ਹਾਹੇ ਤੋਂ ਪਹਿਲੇ ਅੱਖਰ ਜੇ ਮੁਕਤਾ ਉਹਨੂੰ ਕੰਨਾਂ ਲੱਗਦਾ। ਹਿੰਦੀ ਪੰਜਾਬੀ 'ਚ ਉਹਨੂੰ ਦਲਾਵਾਂ ਲੱਗਦੀਆਂ, ਫਾਰਸੀ 'ਚ ਉਸਨੂੰ ਕੰਨਾਂ ਲੱਗਦਾ। ਜਿਵੇਂ ਦਰਗਾਹ, ਗੁਨਾਹ। ਜਿਵੇਂ ਆੜਾ ਲੱਲਾ ਹਾ ਹੈ, ਜੇ ਹਿੰਦੀ ਪੰਜਾਬੀ ਦੇ ਹੁੰਦਾ ਫਿਰ ਇਹਨੂੰ ਬੋਲਦੇ ਅੱਲ੍ਹ, ਪਰ ਇਹ ਤਾਂ ਅਰਬੀ ਭਾਸ਼ਾ ਦਾ ਸ਼ਬਦ ਹੈ। ਫਿਰ ਇਸ ਅੱਲ੍ਹ ਦੀ ਥਾਂ 'ਤੇ ਕੀ ਪੜ੍ਹਨਾ? ਅੱਲਾਹ। ਫਿਰ ਪੜ੍ਹਨਾ ਅੱਲਾਹ, ਇਸ ਲਈ ਇਹਨੂੰ ਦਰਗਾਹ ਨਹੀਂ ਪੜ੍ਹਨਾ, ਦਰਗਾਹ। ਫਿੱਕਾ ਦਰਗਾਹ ਸਟੀਐ, ਮੂੰਹ ਥੁੱਕਾਂ ਫਿੱਕੇ ਪਾਏ। ਮੂੰਹੇ ਨਹੀਂ ਪੜ੍ਹਨਾ, ਇਸ ਨੂੰ ਮੂੰਹੇ ਨਹੀਂ ਪੜ੍ਹਨਾ, ਮੂੰਹੇ। ਮੂੰਹ ਨਾਉਨੇ, ਨਾਵੇਂ। ਜਿਹੜਾ ਸ਼ਬਦ ਨਾਮ ਹੋਵੇ, ਪੜਨਾਮ ਹੋਵੇ ਜਾਂ ਵਿਸ਼ੇਸ਼ਣ ਹੋਵੇ, ਉਹ ਹਾਹੇ ਨੂੰ ਲੱਗਿਆ ਹੋਇਆ ਔਂਕੜ ਜਾਂ ਸਿਹਾਰੀ ਨਹੀਂ ਬੋਲਦੇ। ਹੁਣ ਰਹਿ ਗਿਆ ਮੰਮੇ ਨੂੰ ਔਂਕੜ ਹਾ ਮੂੰਹ, ਇਸ ਲਈ ਇਹਨੂੰ ਮੂੰਹ ਪੜ੍ਹਨਾ। ਹਾਹੇ ਨੂੰ ਸਿਹਾਰੀ 'ਤੇ ਅਰਥ ਕਰਨ ਲਈ ਲਾਈ ਹੈ, ਮੂੰਹ ਉੱਤੇ। ਇਹਦਾ ਅਰਥ ਹੋ ਗਿਆ ਮੂੰਹ ਉੱਤੇ, ਸਿਹਾਰੀ ਤਾਂ ਲੱਗੀ ਹੈ, ਬੋਲਣ ਲਈ ਨਹੀਂ ਲਾਈ। ਫਿੱਕਾ ਦਰਗਾਹ ਸਟੀਐ, ਮੂੰਹ ਥੁੱਕਾਂ ਫਿੱਕੇ ਪਾਏ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜ਼ਾਏ। ਇਹਨੂੰ ਸਜ਼ਾਏ ਪੜ੍ਹਨਾ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ। 8ਵੀਂ 9ਵੀਂ 'ਚ ਪੜ੍ਹਦੇ ਸੀ, ਟੀਚਰ ਨੇ ਬਲੈਕ ਬੋਰਡ 'ਤੇ ਲਿਖਿਆ ਸੱਸਾ ਜੱਜੇ ਨੂੰ ਕੰਨਾ, ਅਤੇ ਫਿਰ ਲਿਖਿਆ ਸੱਸਾ ਜੱਜੇ ਨੂੰ ਕਰਨਾ ਪੈਰ 'ਚ ਬਿੰਦੀ। ਕਹਿੰਦੇ ਦੋ ਸ਼ਬਦ ਨੇ, ਇੱਕ ਹੈ ਸਜ਼ਾ, ਦੂਜਾ ਸਜ਼ਾ। ਵੀ ਵਾਕ ਬਣਾ ਕੇ ਅਰਥ ਸਮਝਾਓ। ਸਜ਼ਾ, ਉਹ ਘਰ ਨੂੰ ਸਜਾ ਰਿਹਾ ਹੈ, ਤਾਂ ਸੱਸਾ ਜੱਜੇ ਨੂੰ ਕਰਨਾ ਹੋ ਗਿਆ, ਘਰ ਨੂੰ ਸਜਾ ਰਿਹਾ। ਉਹਨੂੰ 2 ਸਾਲ ਦੀ ਸਜ਼ਾ ਹੋ ਗਈ ਹੈ, ਉਹਦੇ ਜੱਜੇ ਦੇ ਪੈਰ 'ਚ ਬਿੰਦੀ ਹੈ। ਉਹ ਇਸ ਲਈ ਇਹਨੂੰ ਸਜਾਏ ਨਹੀਂ ਪੜ੍ਹਨਾ, ਇਹ ਸਜ਼ਾਏ, ਸਜ਼ਾ। ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜ਼ਾਏ। ਖੈਰ ਕਰਨਾ, ਸਜਾਏ ਨਹੀਂ ਪੜ੍ਹਨਾ, ਸਜ਼ਾਏ, ਜੱਜੇ ਦੇ ਪੈਰ 'ਚ ਬਿੰਦੀ ਲਾ ਕੇ ਪੜ੍ਹਨਾ। ਸ਼ਲੋਕ ਮਹਿਲਾ ਪਹਿਲਾ। ਨਾਨਕ ਫਿੱਕੈ ਬੋਲਿਆ, ਤਨ ਮਨ ਫਿੱਕਾ ਹੋਏ। ਕਈ ਲੋਕ ਨਾ ਫਿੱਕਾ ਬੋਲਦੇ ਨੇ, ਰੁੱਖਾ ਬੋਲਦੇ ਨੇ, ਕੌੜਾ ਬੋਲਦੇ ਨੇ। ਔਰ ਕਹੇ ਯਾਰ ਛੱਡ ਇਹਦੇ ਨਾਲ ਕੀ ਗੱਲ ਕਰਨੀ, ਤਾਂ ਬੋਲਣ ਦਾ ਚੱਜ ਨਹੀਂ ਹੈ, ਮੈਨੂੰ ਤਾਂ ਬੋਲਣ ਦਾ ਹੀ ਚੱਜ ਨਹੀਂ ਹੈ। ਫਿੱਕਾ ਬੋਲਦੇ। ਫਿੱਕਾ ਬੋਲਣ ਨਾਲ ਕੀ ਹੁੰਦਾ? ਤਨ ਮਨ ਫਿੱਕਾ ਹੋਏ। ਤਨ ਅਤੇ ਮਨ ਵੀ ਫਿੱਕੇ ਹੋ ਜਾਂਦੇ ਹਨ, ਕਿਉਂਕਿ ਜੋ ਕੁਛ ਅਸੀਂ ਸੋਚ ਰਹੇ ਹਾਂ, ਜੋ ਕੁਛ ਅਸੀਂ ਬੋਲ ਰਹੇ ਹਾਂ, ਉਹਦਾ ਸਾਡੇ ਮਨ ਅਤੇ ਤਨ 'ਤੇ ਅਸਰ ਹੁੰਦਾ ਹੈ।
ਮਿੱਠਾ ਬੋਲ ਰਹੇ ਹਾਂ, ਆਪਣਾ ਮਨ ਵੀ ਖੁਸ਼ ਹੋਵੇਗਾ। ਕਿਸੇ ਨੂੰ ਕੌੜਾ ਬੋਲ ਰਹੇ ਹਾਂ, ਆਪਣਾ ਮਨ ਵੀ ਖਰਾਬ ਹੋਵੇਗਾ। ਇਸ ਲਈ ਨਾਨਕ ਫਿੱਕਾ ਬੋਲਿਆ। ਗੁਰੂ ਮਾਏ ਫਿੱਕਾ ਬੋਲਣ ਨਾਲ ਤਨ ਮਨ ਫਿੱਕਾ ਹੋਏ। ਤਨ ਅਤੇ ਮਨ ਦੋਨੋਂ ਹੀ ਫਿੱਕੇ ਹੋ ਜਾਂਦੇ ਨੇ, ਰਸਹੀਨ ਹੋ ਜਾਂਦੇ ਨੇ। ਫਿੱਕੋ ਫਿੱਕਾ ਸਦੀਏ, ਫਿੱਕੇ ਫਿੱਕੀ ਸੋਏ। ਫਿਰ ਜਿਹੜਾ ਫਿੱਕਾ ਬੋਲਦਾ ਹੈ ਉਹ ਕਹਿੰਦਾ ਉਹਦਾ ਨਾਂ ਹੀ ਪੈ ਜਾਂਦਾ ਫਿੱਕਾ, ਉਹਨੂੰ ਫਿੱਕਾ ਕਰਕੇ ਸੱਦਿਆ ਜਾਂਦਾ। ਸਾਡੇ ਪਿੰਡ 'ਚ ਇੱਕ ਵਾਰੀ ਪਾਕਿਸਤਾਨ 'ਚ ਕੀ ਹੋਇਆ, ਪਿੰਡ ਦੀ ਜਿਹੜੀ ਸੱਥ ਸੀ, ਜਿੱਥੇ 2 ਜਾਂ 3 ਰਾਹ ਆ ਕੇ ਮਿਲਦੇ ਨੇ, ਖਾਲੀ ਥਾਂ ਹੁੰਦੇ, ਉਹਨੂੰ ਕਿਹਾ ਸੱਥ। ਉੱਥੇ ਬੰਦੇ ਬੈਠੇ, ਕੋਲ ਇੱਕ ਮੱਝ ਲੰਘੀ ਹੈ, ਉਹਨੇ ਗੋਹਾ ਕਰਤਾ। ਇੱਕ ਬੰਦਾ ਕਹਿੰਦਾ ਵੀ ਜਿਹੜਾ ਪਾਈਆ ਗੋਹਾ ਖਾਏਗਾ ਉਹਨੂੰ ਮੈਂ 2 ਰੁਪਏ ਇਨਾਮ ਦੇਵਾਂਗਾ। ਉਸ ਜ਼ਮਾਨੇ 'ਚ ਹਿੰਦੁਸਤਾਨ ਪਾਕਿਸਤਾਨ ਨਹੀਂ ਸੀ ਬਣਿਆ, ਜੇ ਪਾਕਿਸਤਾਨ ਦੀ ਗੱਲ ਹੈ। 2 ਰੁਪਏ ਦੀ ਬਹੁਤ ਕੀਮਤ ਹੁੰਦੀ ਸੀ, ਉਦੋਂ 2 ਰੁਪਏ ਦੀ ਬਹੁਤ ਕੀਮਤ ਹੁੰਦੀ ਸੀ। ਵੀ ਜਿਹੜਾ ਪਾਈਆ ਗੋਹਾ ਖਾਊਗਾ ਉਹਨੂੰ ਮੈਂ 2 ਰੁਪਏ ਦੇਵਾਂਗਾ। ਇੱਕ ਬੰਦਾ ਕਹਿੰਦਾ ਮੈਂ ਖਾਵਾਂਗਾ, ਪਰ ਤੂੰ ਪਹਿਲਾਂ ਇਹਨਾਂ ਨੂੰ ਪੈਸੇ ਨਾਲ ਦੇ ਦੇ, ਮਗਰ ਮੁੱਕਰ ਨਾ ਜਾਏ। ਦੁਕਾਨਦਾਰ ਤੋਂ ਤੱਕੜੀ ਲਿਆਂਦੀ, ਪਾਈਆ ਗੋਹਾ ਤੋਲ ਲਿਆ। ਉਹ ਔਖਾ ਸੌਖਾ ਪਾਈਆ ਗੋਹਾ ਖਾ ਗਿਆ ਅਤੇ 2 ਰੁਪਏ ਇਨਾਮ ਜਿੱਤ ਗਿਆ। ਜਿਵੇਂ ਨਾਮ ਹੋਵੇ ਸੋਹਣ ਸਿੰਘ, ਪਿੰਡ 'ਚ 2-3 ਸੋਹਣ ਸਿੰਘ ਸਨ। ਜਦੋਂ ਕਿਸੇ ਨੇ ਕਹਿਣਾ ਜੀ ਮੈਂ ਸੋਹਣ ਸਿੰਘ ਦੇ ਘਰ ਜਾਣਾ, ਤਾਂ ਲੋਕਾਂ ਕਹਿਣਾ ਉਹ ਗੋਹੇ ਖਾਣੇ ਦੇ, ਉਹਨਾਂ ਦੇ ਨਾਂ ਹੀ ਗੋਹੇ ਖਾਣੇ ਪੈ ਗਏ। ਹਿੰਦੁਸਤਾਨ ਪਾਕਿਸਤਾਨ ਬਣ ਗਿਆ ਹੈ। ਜਿਹੜੇ ਪਿੰਡ 'ਚ ਜ਼ਮੀਨ ਮਿਲੀ, ਉੱਥੇ ਉਸ ਪਿੰਡ ਦੇ ਹੋਰ ਲੋਕਾਂ ਨੂੰ ਵੀ ਉਹਨਾਂ ਮਿਲ ਗਈ। ਉੱਥੇ ਹਿੰਦੁਸਤਾਨ 'ਚ ਆ ਕੇ ਵੀ ਉਹਨਾਂ ਦੇ ਨਾਂ ਗੋਹੇ ਖਾਣੇ ਰਿਹਾ। ਵਿਚਾਰੇ ਉੱਥੋਂ ਜ਼ਮੀਨ ਵੇਚ ਕੇ ਕਿਸੇ ਹੋਰ ਸਟੇਟ ਵਿੱਚ ਚਲੇ ਗਏ, ਨਾਂ ਪੈ ਗਏ ਨਾ ਗੋਹੇ ਖਾਣ। ਹਾਲਾਂਕਿ ਉਹ ਗੋਹੇ ਖਾਣ ਵਾਲਾ ਮਰ ਗਿਆ, ਅੱਗੇ ਬੱਚਿਆਂ ਨੂੰ ਵੀ ਕਹਿੰਦੇ ਅੱਛਾ ਉਹ ਗੋਹੇ ਖਾਣਿਆਂ ਦੇ ਜਾਣੇ। ਇਸ ਤਰ੍ਹਾਂ ਨਾਮ ਪੈ ਜਾਂਦਾ ਬੰਦੇ ਦਾ। ਫਿੱਕਾ ਫਿੱਕੋ ਫਿੱਕਾ ਸਦੀਏ, ਫਿਰ ਉਹਦਾ ਨਾਮ ਹੀ ਪੈਂਦੇ ਵਿੱਚ ਤਾਂ ਫਿੱਕਾ ਹੈ, ਫਿੱਕਾ ਬੋਲਦਾ। ਉਹ ਕਿਹਨੂੰ ਮਿਲਣਾ ਚਾਹੋ, ਜਿਹੜਾ ਫਿੱਕਾ ਬੋਲਦਾ ਉਹਨੂੰ। ਇਸ ਤਰ੍ਹਾਂ ਫਿੱਕੇ ਫਿੱਕੀ ਸੋਏ। ਸੋਏ ਹੁੰਦਾ ਸ਼ੋਹਰਤ ਵਡਿਆਈ, ਉਹਦਾ ਨਾਮ ਹੀ ਫਿੱਕਾ ਪੈ ਜਾਂਦਾ ਹੈ। ਇਹ ਉਹ ਫਿੱਕੇ ਕਰਕੇ ਹੀ ਉਹ ਪ੍ਰਸਿੱਧ ਹੋ ਜਾਂਦਾ ਹੈ। ਉਹਦੀ ਪ੍ਰਸਿੱਧੀ ਸੋਏ ਪ੍ਰਸਿੱਧੀ ਫਿੱਕੇ ਦੇ ਤੌਰ 'ਤੇ ਹੋ ਜਾਂਦੀ ਵੀ ਇਹ ਫਿੱਕਾ ਬੋਲਣ ਵਾਲਾ ਹੈ। ਸਾਰੇ ਜਾਣਦੇ ਅੱਛਾ ਫਲਾਣਾ, ਅੱਛਾ ਉਹ ਜਿਹੜਾ ਫਿੱਕਾ ਬੋਲਦਾ, ਉਹ ਫਿੱਕਾ ਦਰਗਾਹ ਸਟੀਏ। ਇਹ ਜਿਹੜਾ ਫਿੱਕਾ ਬੋਲਣ ਵਾਲਾ ਬੰਦਾ ਜਦੋਂ ਦਰਗਾਹ ਜਾਂਦਾ ਪ੍ਰਮਾਤਮਾ ਦੇ ਦਰ 'ਤੇ, ਇਹਨੂੰ ਦੁਰਕਾਰਿਆ ਜਾਂਦਾ ਹੈ। ਮੂੰਹ ਥੁੱਕਾਂ ਫਿੱਕੇ ਪਾਏ, ਅਤੇ ਉਹਦੇ ਮੂੰਹ 'ਤੇ ਥੁੱਕਿਆ ਜਾਂਦਾ ਹੈ। ਕਿ ਇਹਦੇ ਮੂੰਹ 'ਤੇ ਥੁੱਕਣ ਦਾ ਮਤਲਬ ਉਸਨੂੰ ਦੁਰਕਾਰਨਾ, ਉਹਨੂੰ ਭੈੜਾ ਸਮਝਣਾ। ਸੋ ਦਰਗਾਹ ਦੇ ਵਿੱਚ ਵੀ ਉਹਨੂੰ ਲਾਹਣਤਾਂ ਪੈਂਦੀਆਂ ਵੀ ਤੂੰ ਆਹੀ ਇਸ ਤਰ੍ਹਾਂ ਲੋਕਾਂ ਨਾਲ ਬੋਲਦਾ ਰਿਹਾ ਹੈ, ਤੈਨੂੰ ਬੋਲਣ ਦਾ ਚੱਜ ਨਹੀਂ ਆਇਆ, ਵੀ ਮਿੱਠਾ ਬੋਲਣਾ, ਨਿਮਰਤਾ ਨਾਲ ਰਹਿਣਾ। ਪਰਮਾਤਮਾ ਦਾ ਹੁਕਮ ਹੈ ਵੀ ਮਿੱਠਾ ਬੋਲੋ, ਨਿਮਰਤਾ ਨਾਲ ਰਹੋ। ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਸਾਰੀਆਂ ਚੰਗਿਆਈਆਂ ਦਾ ਨਿਚੋੜ ਹੈ ਮਿੱਠਾ ਬੋਲਣਾ ਅਤੇ ਨਿਮਰਤਾ ਨਾਲ ਰਹਿਣਾ। ਸੋ ਫਿਰ ਜਿਹੜਾ ਹੈ, ਜਦੋਂ ਇਹੋ ਜਿਹੇ ਦਰਗਾਹ 'ਚ ਜਾਂਦੇ ਨੇ, ਐਂ ਸਮਝਣ ਮੂੰਹ 'ਤੇ ਉੱਥੇ ਥੁੱਕਾਂ ਪੈਂਦੀਆਂ ਨੇ, ਭਾਵੇਂ ਉੱਥੇ ਵੀ ਦੁਰਕਾਰੇ ਜਾਂਦੇ ਹਨ ਕਿ ਤੁਹਾਨੂੰ ਤੁਸੀਂ ਸਾਰੀ ਉਮਰ ਫਿੱਕਾ ਹੀ ਬੋਲਦੇ ਰਹੇ ਹੋ।
ਫਿੱਕਾ ਬੋਲਣਾ ਦੂਸਰੇ ਦਾ ਮਨ ਦੁਖਦਾ ਹੈ। ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜ਼ਾਏ। ਜਿਹੜਾ ਫਿੱਕਾ ਬੋਲਦਾ ਹੈ ਉਹਨੂੰ ਲੋਕ ਮੂਰਖ ਕਹਿੰਦੇ ਨੇ, ਤਾਂ ਮੂਰਖ ਹੈ, ਇਹਨੂੰ ਬੋਲਣ ਦਾ ਚੱਜ ਨਹੀਂ ਹੈ। ਪਾਣਾ ਹੁੰਦਾ ਜੁੱਤੀਆਂ, ਅਤੇ ਉਹਨੂੰ ਪਰਮਾਤਮਾ ਦੀ ਦਰਗਾਹ 'ਚ ਜੁੱਤੀਆਂ ਦੀ ਸਜ਼ਾ ਮਿਲਦੀ ਹੈ। ਪਾਣਾ ਲਹਿ ਸਜ਼ਾਏ, ਸਜ਼ਾ ਦੇ ਤੌਰ 'ਤੇ ਉਹਨੂੰ ਜੁੱਤੀਆਂ ਪੈਂਦੀਆਂ ਨੇ। ਪਾ ਨੂੰ ਕੁੱਟਿਆ ਜਾਂਦਾ ਕਿ ਤੂੰ ਲੋਕਾਂ ਨਾਲ ਕੌੜਾ ਬੋਲਦਾ ਰਿਹਾ, ਉਹਨੂੰ ਜੁੱਤੀਆਂ ਦੀ ਸਜ਼ਾ ਮਿਲਦੀ। ਮਹਿਲਾ ਪਹਿਲਾ। ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। 68 ਤੀਰਥ ਜੇ ਨਹਾਵੇਂ, ਉਤਰੈ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ। ਤਿੰਨ ਨੇਹ ਲੱਗਾ ਰੱਬ ਸੇਤੀ। ਇਹਨੂੰ ਨੇਹੋ ਨਹੀਂ ਪੜ੍ਹਨਾ। ਤਿੰਨ ਸ਼ਬਦ ਨੇ ਗੁਰਬਾਣੀ 'ਚ, ਇੱਕੋ ਮੀਨਿੰਗ ਉਹਨਾਂ ਦਾ। ਆੜਾ ਸੱਸਾ ਨੰਨੇ ਨੂੰ ਲਾਂ ਹਾਹਾ ਅਸਨੇਹ। ਅਸਨੇਹ ਮੈਨੇ ਵੀ ਹੁੰਦਾ ਪਿਆਰ। ਉਦੋਂ ਛੋਟਾ ਹੈ ਸਨੇਹ। ਸੱਸਾ ਨੰਨੇ ਨੂੰ ਲਾਂ ਹਾਹਾ ਸਨੇਹ, ਉਹਦਾ ਅਰਥ ਵੀ ਹੈ ਪਿਆਰ। ਉਦੋਂ ਛੋਟਾ ਹੈ ਨੇ, ਇਹਦਾ ਅਰਥ ਵੀ ਹੈ ਪਿਆਰ। ਹਾਹੇ ਨੂੰ ਔਂਕੜ ਤੇ ਇਸ ਲਈ ਲੱਗਾ ਕਿ ਨੇ ਜਿਹੜਾ ਸ਼ਬਦ ਹੈ ਇਹ ਪੁਲਿੰਗ ਹੈ ਅਤੇ ਇੱਕ ਵਚਨ ਹੈ। ਪਿਆਰ ਇੱਕ ਵਚਨ ਹੈ ਅਤੇ ਪੁਲਿੰਗ ਹੈ, ਇਸ ਕਰਕੇ ਨੇ ਹਾਹੇ ਨੂੰ ਔਂਕੜ ਲੱਗਾ। ਇਹ ਔਂਕੜ ਬੋਲਣ ਲਈ ਨਹੀਂ ਹੈ, ਕਿਉਂਕਿ ਨੇ ਜਿਹੜਾ ਨਾਮ ਹੈ, ਨਾਉਨ ਹੈ। ਹੁਣ ਮੈਂ ਦੱਸਿਆ ਸੀ ਜੇ ਜਿਹੜਾ ਸ਼ਬਦ ਕਿਰਿਆ ਹੁੰਦਾ, ਹੁਣ ਜੇ ਨੇ ਸ਼ਬਦ ਕਿਰਿਆ ਹੁੰਦਾ ਤਾਂ ਫਿਰ ਆਪਾਂ ਇਸ ਨੂੰ ਨੇਹੋਂ ਪੜ੍ਹਦੇ। ਇਹ ਕਿਰਿਆ ਨਹੀਂ, ਇਹ ਤਾਂ ਨਾਮ ਹੈ। ਫਲਾਣਾ ਬੰਦੇ ਨੂੰ ਪਿਆਰ ਕਰਦਾ, ਜਿਸ ਨੂੰ ਪਿਆਰ ਨਾਮ ਹੈ। ਇਸ ਲਈ ਨਾਮ ਹੋਵੇ, ਪੜਨਾਮ ਹੋਵੇ, ਵਿਸ਼ੇਸ਼ਣ ਹੋਵੇ, ਉਹ ਸ਼ਬਦ ਹਾਹੇ ਨੂੰ ਜੇ ਔਂਕੜ ਜਾਂ ਸਿਹਾਰੀ ਲੱਗੀ ਹੋਈ ਹੈ ਉਹ ਨਹੀਂ ਬੋਲਦੇ। ਜਿਵੇਂ ਉੱਤੇ ਮੂੰਹ ਨਾਲ ਨਹੀਂ ਸੀ ਬੋਲੀ, ਮੂੰਹ ਨੂੰ ਹਾਹੇ ਨੂੰ ਸਿਹਾਰੀ ਲੱਗੀ ਹੋਈ ਹੈ, ਪਰ ਮੂੰਹ ਨਾਉਨ ਹੋਣ ਕਰਕੇ, ਨਾਮ ਹੋਣ ਕਰਕੇ ਸਿਹਾਰੀ ਨਹੀਂ ਬੋਲਦੇ। ਇਸ ਤਰ੍ਹਾਂ ਨੇ ਜਿਹੜਾ ਹੈ ਇਹ ਨਾਉਨ ਹੈ, ਇਹ ਨਾਮ ਹੈ, ਇਸ ਕਰਕੇ ਹਾਹੇ ਨੂੰ ਔਂਕੜ ਨਹੀਂ ਬੋਲਦੇ। ਤਿੰਨ ਨੇ ਲੱਗਾ ਰੱਬ ਸੇਤੀ, ਦੇਖਨੇ ਵਿਚਾਰ। ਰੰਗ ਹੱਸੇ ਰੰਗ ਰੋਵੇਂ, ਚੁੱਪ ਪੀ ਕਰ ਜਾਹੀਂ। ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾਹ। ਇਹਨੂੰ ਨਾ ਨਹੀਂ ਪੜ੍ਹ ਦੇਣਾ, ਨਕਰ ਨਹੀਂ ਬੋਲਣਾ। ਨੰਨੇ ਨੂੰ ਕੰਨਾ ਹਾਹਾ ਨਾਹ। ਨਾ ਫਾਰਸੀ ਦਾ ਸ਼ਬਦ ਹੈ ਜਿਹਦਾ ਅਰਥ ਹੈ ਪ੍ਰਭੂ ਪਤੀ। ਪ੍ਰਭੂ ਪਤੀ ਨਾ। ਜਿਵੇਂ ਮਹੀਨੇ ਆਪਾਂ ਮਹੀਨਾ ਕਹਿੰਦੇ ਹਾਂ, ਫਾਰਸੀ ਕਹਿੰਦੇ ਮਾਹ। ਮੰਮੀ ਨੂੰ ਕਰਨਾ ਹਾਹਾ ਮਾਹ। ਮਾਹ ਮੈਨੇ ਮਹੀਨਾ, 12 ਮਾਹ ਕਰੇ 12 ਮਹੀਨੇ। ਮਾਹ ਨਹੀਂ ਹੁੰਦਾ, ਮਾਹ। ਮੰਮੀ ਨੂੰ ਕਰਨਾ ਮਾਹ ਮਹੀਨਾ। ਇਸ ਤਰ੍ਹਾਂ ਨਾ, ਨੰਨ ਕਰਨਾ ਹਾ ਨਾ, ਪ੍ਰਭੂ ਪਤੀ। ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾ। ਦਰ ਵਾਟ ਉੱਪਰ ਖਰਚ ਮੰਗਾ। ਇਹਨੂੰ ਪੜ੍ਹਿਆ ਮੰਗਾ। ਜੇ ਮੈਂ ਅਰਥ ਹੁੰਦਾ ਫਿਰ ਪੜ੍ਹਦੇ ਮੰਗਾ, ਵੀ ਮੈਂ ਮੰਗਦਾ ਹਾਂ। ਮੰਗਾ ਦਾ ਮਤਲਬ ਮੰਗਦੇ ਹਨ। ਜਦੋਂ ਆਪਣੇ ਵੱਲੋਂ ਹੋਵੇ ਫਿਰ ਬਿੰਦੀ ਢਾ ਕੇ ਬੋਲੇ ਮੰਗਾ। ਇਹ ਦੂਜੇ ਵੱਲੋਂ ਹੈ। ਮੰਗਾ ਦਾ ਮਤਲਬ ਮੰਗਦੇ ਹਨ। ਦਰ ਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾਂ ਖਾਹੇ। ਜੇ ਮੈਂ ਦੀ ਭਾਵਨਾ ਆਉਂਦੀ ਫਿਰ ਖਾਹੇ ਥਾਣਾ ਸੀ ਖਾਉ। ਖੱਕਣ ਕਰਨਾ ਉੜਨਾ ਔਂਕੜ ਹੋ ਜਾਣਾ ਸੀ। ਖਾਹੇ ਖਾਂਦੇ ਹਨ, ਇਹ ਕਿਸੇ ਲਈ ਹੈ।
ਜਬੈ ਦੇ ਤਾਂ ਖਾਹੀਂ। ਜਦੋਂ ਕੱਲਾ ਤੱਤਾ ਹੋਵੇ, ਤੱਤੇ ਦੇ ਉੱਤੇ ਬਿੰਦੀ ਲਾ ਕੇ ਬੋਲਣਾ, ਤਾਂ ਇਹਨੂੰ ਤਾਂ ਨਹੀਂ ਬੋਲਣਾ। ਤੱਤੇ ਨੂੰ ਕੰਨਾ ਬਿੰਦੀ ਲਾ, ਕੰਨਾ ਨਹੀਂ ਬੋਲਣਾ, ਤਾਂ ਵੀ ਨਹੀਂ ਬੋਲਣਾ, ਤਾਂ ਨਹੀਂ ਬੋਲਣਾ, ਤਾਂ ਇਸ ਤਰ੍ਹਾਂ ਬੋਲਣਾ, ਨਕਰੇ ਬੋਲਣ। ਜਬੈ ਦੇ ਤਾਂ ਖਾਹੇ, ਦੀਵਾਨ ਏਕੋ ਕਲਮ ਏਕਾ, ਹਮਾ ਤੁਮ ਹਮੇਲ। ਇਹ ਮੰਮੇ ਦੇ ਪੈਰ 'ਚ ਟੇਢੀ ਲਾਈਨ ਲੱਗੀ ਹੈ, ਇਹ ਅੱਧੇ ਹਾਹੇ ਦਾ ਕੰਮ ਕਰਦੀ। ਤੁਮ ਹਮਾ ਤੁਮ ਮੇਲ, ਦਰ ਲੈ ਲੇਖਾ ਪੀੜ ਛੁਟੈ, ਨਾਨਕਾ ਜਿਉ ਤੇਲ। ਗੁਰੂ ਨਾਨਕ ਦੇਵ ਜੀ ਫਰਮਾਨ ਕਰਦੇ ਨੇ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆ ਅੰਦਰ ਫੈਲ। ਮਨ ਦੇ ਝੂਠੇ ਨੇ, ਬਾਹਰੋਂ ਬੜੀ ਇੱਜ਼ਤ ਵਾਲੇ। ਪੈਜ ਇੱਜ਼ਤ ਨੂੰ ਕਹਿੰਦੇ ਨੇ, ਬਾਹਰੋਂ ਬੜੀ ਇੱਜ਼ਤਦਾਰ ਬਣਦੇ ਨੇ। ਮਨ ਦੇ ਝੂਠੇ ਨੇ, ਬਾਹਰੋਂ ਇਸ ਤਰ੍ਹਾਂ ਦਾ ਪਹਿਰਾਵਾ ਪਾਉਂਦੇ ਨੇ, ਇਸ ਤਰ੍ਹਾਂ ਦੇ ਕਰਦੇ ਨੇ ਕਿ ਲੋਕ ਬੱਲੇ ਬੱਲੇ, ਇਹ ਤਾਂ ਬੜਾ ਵਧੀਆ ਬੰਦਾ ਹੈ। ਬਾਹਰੋਂ ਇੱਜ਼ਤਦਾਰ ਬਣਦੇ ਨੇ, ਪਰ ਮਨ ਦੇ ਝੂਠੇ ਨੇ। ਦੁਨੀਆ ਅੰਦਰ ਫੈਲ, ਇਹੋ ਜਿਹੇ ਲੋਕ ਦੁਨੀਆ ਅੰਦਰ ਬਹੁਤ ਫੈਲੇ ਹੋਏ ਨੇ, ਥੋੜ੍ਹੇ ਨਹੀਂ, ਬਹੁਤ ਨੇ। ਇਹੋ ਜਿਹੇ ਲੋਕਾਂ ਦੀ ਦੁਨੀਆ 'ਚ ਬਹੁਤ ਫੈਲਾਅ ਹੈ, ਜਿਹੜੇ ਅੰਦਰੋਂ ਕੁਝ ਹੋਰ ਨੇ, ਬਾਹਰੋਂ ਕੁਝ ਹੋਰ ਨੇ। 99% ਲੋਕ ਤੁਹਾਨੂੰ ਅਜਿਹੇ ਹੀ ਮਿਲਣਗੇ, ਜਿਹੜੇ ਅੰਦਰੋਂ ਹੋਰ ਨੇ, ਬਾਹਰੋਂ ਹੋਰ ਨੇ। ਅੰਦਰੋਂ ਬੜੇ ਮਿੱਠੇ ਨੇ, ਉਹ ਜੀ ਬਾਬਾ ਜੀ ਬੜਾ ਜ਼ਰੂਰੀ ਕੰਮ, ਲੋੜ ਪੈ ਗਈ ਹੈ, ਕੋਈ ਸਹਾਇਤਾ ਕਰੋ ਜੀ, ਉਧਾਰ ਦੇ ਦਿਓ ਜੀ, ਮੈਂ ਤੁਹਾਨੂੰ ਵਿਆਜ ਵੀ ਦੇਵਾਂਗਾ ਜੀ। ਤੁਹਾਡੇ ਤੋਂ ਇਸ ਤਰ੍ਹਾਂ ਦੋਸਤ ਬਣ ਕੇ, ਭਰਾ ਬਣ ਕੇ, ਇਸ ਤਰ੍ਹਾਂ ਉਧਾਰ ਲੈ ਜਾਂਦੇ ਨੇ। ਉੱਤੋਂ ਬੜੇ ਮਿੱਠੇ ਨੇ, ਬੜਾ ਵਿਸ਼ਵਾਸ ਦਿਲਾਉਂਦੇ ਨੇ, ਬਸ ਤੁਹਾਡੇ ਪੈਸੇ ਜ਼ਰੂਰ ਮੋੜਾਂਗੇ, ਧੰਨਵਾਦ ਸਹਿਤ ਮੋੜਾਂਗੇ, ਵਿਆਜ ਸਮੇਤ ਮੋੜਾਂਗੇ। ਪਰ ਮਗਰੋਂ ਬੇਈਮਾਨ ਹੁੰਦੇ, ਮੋੜਦੇ ਨਹੀਂ ਹੈਗੇ, ਮੋੜਦੇ ਕਿਉਂ? ਅੰਦਰ ਝੂਠੇ ਨੇ, ਪੈਜ ਬਾਹਰੋਂ ਬੜਾ ਇੱਜ਼ਤਦਾਰ ਵਿਖਾਈ ਦਿੰਦੇ ਨੇ। ਇਹੋ ਜਿਹੇ ਦੁਨੀਆ ਅੰਦਰ ਬਹੁਤ ਲੋਕ ਨੇ, ਬੜੇ ਲੋਕ ਨੇ। ਇਸ ਲਈ ਉਧਾਰ ਦੇਣ ਦਾ ਰਿਵਾਜ਼ ਹੀ ਹੁਣ ਖਤਮ ਹੁੰਦਾ ਜਾ ਰਿਹਾ। ਅਗਲਾ ਕਹਿੰਦਾ ਪਹਿਲਾਂ ਉਧਾਰ ਦਿਓ ਇਸ ਨੂੰ, ਇਹਨੇ ਪੈਸੇ ਮੋੜ ਦੇਣੇ, ਨਾਲੇ ਦੋਸਤੀ ਰਿਸ਼ਤੇਦਾਰੀ ਗਈ, ਨਾਲੇ ਪੈਸੇ ਗਏ। ਜਿਹੜਾ ਮਨ ਖਰਾਬ ਹੋਇਆ ਉਹ ਵਾਧੂ ਦਾ, ਕਿਉਂ ਜਦੋਂ ਬੰਦਾ ਉਸ ਨੂੰ ਦੇਖੇਗਾ, ਮਿਲੇਗਾ ਵੀ ਇਹਨੇ ਮੇਰੇ ਪੈਸੇ ਨਹੀਂ ਬੇਈਮਾਨ ਨੇ ਮੋੜੇ, ਬੰਦੇ ਉਹਨੂੰ ਵੇਖ ਕੇ ਮਨ ਖਰਾਬ ਹੋਵੇਗਾ। ਇਸ ਲਈ ਅਗਲਾ ਜਵਾਬ ਦੇ ਦਿੰਦਾ, ਇਸ ਲਈ ਅਗਲਾ ਜਵਾਬ ਦੇ ਦਿੰਦਾ। ਜਿਵੇਂ ਮੇਰਾ ਭਰਾ ਮੈਨੂੰ ਕਈ ਵਾਰੀ ਕਹਿੰਦਾ ਸੀ ਵੀ ਚਲੋ ਕਈ ਵਾਰੀ ਸਾਥੀ ਜਾਂ ਕੋਈ ਹੋਰ ਬੜਾ ਲੋੜਵੰਦ ਹੁੰਦਾ, ਉਧਾਰ ਮੰਗ ਲੈਂਦਾ ਹੈ, ਆਪਣੀ ਤਨਖਾਹ ਤੋਂ ਵੱਧ ਉਧਾਰ ਕਿਸੇ ਨੂੰ ਨਹੀਂ ਦੇਣਾ। ਮੰਨ ਲਓ 10,000 ਤਨਖਾਹ ਤੁਹਾਡੀ, 10,000 ਤੋਂ ਵੱਧ ਉਧਾਰ ਨਹੀਂ ਦੇਣਾ। ਮੰਨ ਲਓ ਉਸਨੇ ਨਹੀਂ ਮੋੜੇ, ਆਪਾਂ ਉਂਝ ਵੀ ਤਾਂ ਦਸਵੰਧ ਕੱਢਦੇ ਹਾਂ ਨਾ, ਆਪਣੀ ਕਮਾਈ ਦਾ ਦਸਵੰਧ ਕੱਢਦੇ ਹਾਂ। ਐਂ ਸਮਝਿਆ ਵੀ 12 ਮਹੀਨੇ ਤਨਖਾਹ 'ਚੋਂ 1 ਮਹੀਨੇ ਦੀ ਤਨਖਾਹ ਦਸਵੰਧ 'ਚ ਦਿੱਤੀ, ਇਸ ਨੂੰ ਦਿੱਤੀ, ਹੋਰ ਕੀ ਹੈ। ਮਨ ਨੂੰ ਝੂਠੀ ਤਸੱਲੀ ਦਿਲਾਉਣੀ ਹੈ। ਸੋ ਵੀ ਕਹਿੰਦੇ ਸਮਾਂ ਮਾੜਾ ਹੈ, ਲੋਕ ਜਿਹੜੇ ਨੇ ਵਿਸ਼ਵਾਸ ਪਾਤਰ ਨਹੀਂ ਰਹੇ, ਲੋਕ ਵਿਸ਼ਵਾਸ ਪਾਤਰ ਨਹੀਂ ਰਹੇ। ਗੱਲਾਂ ਬਾਤਾਂ 'ਚ ਬੜੇ ਵਧੀਆ, ਵਿਹਾਰ 'ਚ ਮਾੜੇ ਲੋਕ ਨੇ।
ਕਿੰਨੇ ਹੀ ਮੇਰੇ ਕੋਲ ਆਉਂਦੇ ਨੇ, ਇਹੋ ਜਿਹੇ ਕਿੰਨੇ ਹੀ ਆਉਂਦੇ ਨੇ। ਫਿਰ ਦੇਖੋ ਚੈੱਕ ਵੀ ਕੱਟ ਕੇ ਦੇ ਦੇਣਗੇ, ਪੈਸੇ ਮੋੜਦੇ ਨਹੀਂ ਹੈਗੇ, ਚੈੱਕ ਦੇਤੇ ਨੇ। ਚੈੱਕ ਅਗਲੇ ਨੇ ਬੈਂਕ ਚਲਾਤਾ, ਬੈਂਕ ਕਹਿੰਦਾ ਵੀ ਇਹਦੇ ਖਾਤੇ ਦਾ ਪੈਸੇ ਨਹੀਂ ਹੈਗੇ, ਉਹਨੂੰ ਕਹੇ ਚੈੱਕ ਜੀ ਬਾਊਂਸ ਹੋ ਗਿਆ ਹੈ, ਮੋੜਿਆ ਚੈੱਕ, ਬਈ ਜਿਸ ਨੇ ਤੈਨੂੰ ਚੈੱਕ ਕੱਟ ਕੇ ਦਿੱਤਾ ਸੀ ਉਹ ਤਾਂ ਖਾਤੇ 'ਚ ਪੈਸੇ ਹੀ ਨਹੀਂ ਹੈਗੇ ਨੇ। ਫਿਰ ਵਕੀਲ ਪਹਿਲਾਂ ਜਾਓ ਜੀ ਥਾਣੇ, ਥਾਣੇ ਵਾਲੇ ਕਹਿੰਦੇ ਭਾਈ ਅਸੀਂ ਤਾਂ ਮੁਕੱਦਮਾ ਦਰਜ ਕਰਾਂਗੇ, ਪਹਿਲਾਂ SSP ਤੋਂ ਲਿਖਾ ਕੇ ਲਿਆ ਇਹ ਨਿਯਮ ਹੈ। ਉਹ SSP ਕੋਲੇ ਜਾਂਦਾ, ਵੱਡੇ ਅਫਸਰ ਨੂੰ ਮਿਲਣਾ ਕਿਹੜਾ ਕੋਈ ਆਸਾਨ ਹੁੰਦਾ, ਉਸ ਨੂੰ ਮਿਲਦਾ ਕਿਤੇ, ਉਹ ਫਿਰ ਹੇਠਾਂ DSP ਨੂੰ ਲਿਖਦਾ ਹੈ, DSP ਫਿਰ ਥਾਣੇਦਾਰ ਨੂੰ ਲਿਖਦਾ ਹੈ, ਥਾਣੇਦਾਰ ਬੰਦੇ ਭੇਜਦਾ ਮੈਨੂੰ ਫੜ ਕੇ ਲਿਓ, ਉਹ ਘਰ ਹੀ ਨਹੀਂ ਹੁੰਦਾ, ਉਹ ਘਰ ਹੀ ਨਹੀਂ, ਉਹ ਮਿਲਦੇ ਹੀ ਨਹੀਂ। ਫਿਰ ਬੰਦਾ ਵਕੀਲ ਕਰਦਾ ਹੈ, ਪਹਿਲਾਂ ਤਾਂ ਪੈਸੇ ਦਿੱਤੇ ਉਹ ਵੀ ਗਏ, ਅਤੇ ਫਿਰ ਵਕੀਲ ਕੀਤਾ ਅਤੇ ਵਕੀਲ ਨੇ ਵੀ ਤਾਂ ਪੈਸੇ ਲੈਣੇ ਨੇ। ਜਿਹਨੇ ਸਾਡੇ ਪੈਸੇ ਮਾਰੇ ਉਹ ਤਾਂ ਸਾਡੇ ਪੈਸਿਆਂ ਦੇ ਵਿੱਚੋਂ ਹੀ ਵਕੀਲ ਕਰ ਲਵੇਗਾ, ਜਿਹਨੇ ਵਿਚਾਰੇ ਨੇ ਦਿੱਤੇ ਨੇ ਉਹਨੂੰ ਤਾਂ ਆਪਣੀ ਜੇਬ 'ਚ ਹੋਰ ਇੱਕ ਵਕੀਲ ਕਰਨਾ ਪਏ, ਪੈਸੇ ਦੇਣੇ ਪੈਣਗੇ। ਫਿਰ ਕਿੰਨੀ ਦੇਰ ਮੁਕੱਦਮਾ ਚੱਲੀ ਜਾਏਗਾ ਜੀ, ਫਿਰ ਕਿੰਨੀ ਦੇਰ ਮੁਕੱਦਮਾ ਚੱਲੀ ਜਾਏਗਾ। ਇਸ ਲਈ ਬਜਾਏ ਇਹੋ ਜਿਹੇ ਝੰਜਟ 'ਚ ਪੈਣ ਨਾਲੋਂ ਸਾਫ਼ ਹੀ ਜਵਾਬ ਦੇ ਦਿਓ, ਬਸ ਸਾਫ਼ ਜਵਾਬ ਦੇ ਦਿਓ ਕਿ ਤੈਨੂੰ ਪਾਲਣ ਦਾ ਮੈਂ ਠੇਕਾ ਨਹੀਂ ਲਿਆ। ਕੋਈ ਕਹੇ ਮੈਂ ਮੁੰਡੇ ਦਾ ਵਿਆਹ ਕਰਨਾ, ਕੁੜੀ ਦਾ ਵਿਆਹ ਕਰਨਾ, ਮੈਨੂੰ ਉਧਾਰ ਦੇ ਦੇ, ਹਾਲਾਂਕਿ ਤੂੰ ਮੇਰੇ ਤੋਂ ਪੁੱਛ ਕੇ ਕੁੜੀ ਜੰਮੀ ਹੈ, ਤੂੰ ਜੰਮੀ ਹੈ ਅਤੇ ਤੂੰ ਵਿਆਹ ਤੂੰ ਕਰ ਲੈ, ਮੈਂ ਠੇਕਾ ਲੈ ਰੱਖਿਆ ਤੇਰੀ ਕੁੜੀ ਦਾ ਵਿਆਹ ਕਰਨ ਦਾ। ਕਹਿ ਦੇ ਜਿਹਨੂੰ ਵਿਆਹ ਕਰਨਾ ਕਿ ਭਾਈ 5 ਬੰਦੇ ਆਇਓ, ਅਸੀਂ ਕੋਈ ਪੈਲਸ ਨਹੀਂ ਕਰਨਾ, ਕੋਈ ਛੋਟਾ ਮੋਟਾ ਹੋਟਲ ਕਰ ਲਾਂਗੇ, ਉੱਥੇ ਤੁਸੀਂ ਆ ਜਾਓ, ਅਸੀਂ ਕੋਈ ਦਾਜ ਨਹੀਂ ਦੇਣਾ, ਇਹਨਾਂ 3 ਕੱਪੜਿਆਂ ਤੁਸੀਂ ਲੜਕੀ ਲਿਜਾਣੀ ਹੋਵੇਗੀ। ਬਥੇਰੇ ਨੇ ਲੈ ਜਾਂਦੇ ਨੇ, ਆਹ ਕਰੋਨਾ ਹੁਣ ਵੀ ਤਾਂ ਵਿਆਹ ਹੋਏ ਨਾ 5 ਬੰਦਿਆਂ ਨਾਲ, ਸਰਕਾਰ ਨੇ ਕਹਿੰਦਾ 5 ਬੰਦੇ ਤੋਂ ਵੱਧ ਬਰਾਤ 'ਚ ਨਹੀਂ ਲਿਜਾਣੇ, ਨਹੀਂ ਨਾ ਲਿਜਾਂਦੇ। ਜੇ ਹੁਣ 5 ਬੰਦਿਆਂ ਨਾਲ ਵਿਆਹ ਹੋ ਸਕਦਾ ਹੈ ਤਾਂ ਕਰੋਨੇ ਤੋਂ ਪਹਿਲਾਂ ਅਤੇ ਬਾਅਦ 'ਚ ਕਿਉਂ ਨਹੀਂ ਹੋ ਸਕਦਾ ਬਈ? ਨਾ ਤੁਸੀਂ ਫਿਰ ਦੇਖਿਓ, ਹਟ ਲੈਣ ਦਿਓ ਕਰੋਨਾ, ਫਿਰ ਲੈਣਗੇ ਹੇੜ ਇਕੱਠੀ ਕਰਕੇ, ਉਹ ਪੈਲਸ ਭਰ ਦੇਣਗੇ ਬਾਅਦ 'ਚ, ਹਾਂਜੀ ਲੱਖਾਂ ਰੁਪਈਏ ਖਰਚਾ ਕਰਨਗੇ। ਹੁਣ ਕਰੋਨੇ 'ਚ ਮਰ ਜਾਂਦੇ, ਬਸ ਘਰ ਦੇ ਹੀ ਉਹ ਜੀ ਹੁੰਦੇ ਨੇ, ਉਹਨੇ ਕੀ ਜੀ ਹੁੰਦੇ, ਕਿਉਂ ਇਕੱਠ ਨਹੀਂ ਕਰਨ ਦਿੰਦੀ ਸਰਕਾਰ। ਹੋਰ ਕਾਸੇ ਨਾਲ ਵੀ ਮਰ ਗਿਆ ਤਾਂ ਵੀ ਸਰਕਾਰ ਇਕੱਠ ਨਹੀਂ ਕਰਨ ਦਿੰਦੀ, ਵੀ ਗੁਰਦੁਆਰੇ 'ਚ ਬਹੁਤੇ ਇਕੱਠੇ ਨਹੀਂ ਹੋਣੇ। ਇੱਕ ਦੀ ਮਰ ਗਈ ਮਾਂ, ਕਹਿੰਦਾ ਹਾਏ ਮਾਂ, ਜੇ ਤੂੰ 2 ਦਿਨ ਬਾਅਦ ਮਰਦੀ ਨਾ ਮੇਰੇ ਲੱਖ ਬਚ ਜਾਣਾ ਸੀ। ਇੱਕ ਬੰਦਾ ਕਹਿੰਦਾ ਕਾਹਦਾ ਹੋਏ, ਕਹਿੰਦਾ 2 ਦਿਨ ਬਾਅਦ ਕਰੋਨਾ ਹੋ ਗਿਆ, ਲੋਕਡਾਊਨ, ਬਸ ਲੋਕਡਾਊਨ 'ਚ ਮੇਰੀ ਮਾਂ ਮਰਦੀ ਅਤੇ ਮੈਨੂੰ ਇਕੱਠ ਕਰਨ ਦੀ ਲੋੜ ਹੀ ਨਹੀਂ ਸੀ ਪੈਣੀ, ਮੇਰੇ ਲੱਖ ਰੁਪਈਆ ਬਚ ਜਾਣਾ ਸੀ। ਅਤੇ ਉਹਨੂੰ ਕਹੇ ਲੋਕਡਾਊਨ ਨਾ ਹੁੰਦਾ ਤਾਂ ਵੀ ਤੂੰ ਨਾ ਸੱਦ, ਲੋਕ ਤੈਨੂੰ ਕਿਹੜਾ ਕੁੱਟਣ ਲੱਗੇ ਨੇ ਵੀ ਤੂੰ ਸਾਨੂੰ ਸੱਦਿਆ ਨਹੀਂ ਹੈ। ਮੇਰੀ ਘਰ ਵਾਲੀ ਸਵਰਗਵਾਸ ਹੋ ਗਈ ਹੈ, ਮੈਂ ਕਿਸੇ ਨੂੰ ਲੰਗਰ ਛਕਾਇਆ ਹੀ ਨਹੀਂ ਸੰਗਤ ਨੂੰ। ਰਿਸ਼ਤੇਦਾਰ ਜਿਹੜੇ ਦੂਰੋਂ ਆਏ ਸਨ ਉਹ ਮੈਂ ਕੁੱਕਾਂ ਨੂੰ ਕਹਿਤਾ ਵੀ ਇੰਨੇ ਕੁ ਬੰਦਿਆਂ ਦੀ ਰੋਟੀ ਤਿਆਰ ਕਰ ਲਓ, ਉਹਨਾਂ ਦੂਰੋਂ ਆਉਣਾ ਹੈ, ਦੁਪਹਿਰ ਦੀ ਰੋਟੀ ਖਾਣਗੇ, ਬਾਕੀ ਸਾਰੀ ਸੰਗਤ ਲੋਕਲ ਸੀ, ਵੀ ਆਪਣਾ ਚਾਹ ਪਾਣੀ ਪੀਓ ਜਾਓ। ਇੱਕ ਤਾਂ ਮੈਨੂੰ ਅੰਦਾਜ਼ਾ ਕੋਈ ਨਹੀਂ ਸੀ ਵੀ ਕਿੰਨੀ ਕੁ ਸੰਗਤ ਆ ਜੇ। ਮੰਨ ਲਓ ਮੈਂ 1000 ਬੰਦੇ ਦਾ ਲੰਗਰ ਤਿਆਰ ਕਰਦਾ ਅਤੇ ਸੰਗਤ ਆ ਜੇ 1400-1500, ਉਹ ਲੰਗਰ ਹੀ ਨਹੀਂ ਪੂਰਾ ਹੋਣਾ। ਅਤੇ ਨਾਲੇ ਲੰਗਰ ਛਕਦਿਆਂ ਹੋਈਆਂ ਉਹ ਕੀਰਤਨ ਦਾ ਸਮਾਂ ਲੰਘ ਜਾਣਾ ਸੀ, ਚੱਲ ਗਏ ਜੀ ਕਰਨ। ਇਹ ਤਾਂ ਆਪਣੀ ਮਰਜ਼ੀ ਹੈ।
ਉਵੇਂ ਖਰਚੇ ਕਰ ਕਰਕੇ ਉਜੜੀ ਜਾਣਾ, ਕਰਜ਼ੇ ਲੈਣਾ, ਫਿਰ ਉਹ ਕਰਜ਼ੇ ਉਤਰਦੇ ਨਹੀਂ, ਫਿਰ ਆਤਮ ਹੱਤਿਆ ਕਰਨਾ। ਅਸੀਂ ਕਈ ਵਾਰੀ ਆਪ ਹੀ ਮੂਰਖ ਹਾਂ, ਆਪਣੀ ਚਾਦਰ ਵੇਖ ਕੇ ਪੈਰ ਨਹੀਂ ਪਸਾਰਦੇ, ਹਉਮੈ ਚ ਆ ਕੇ ਲੋਕ ਵਿਖਾਵੇ ਲਈ ਲੋੜ ਤੋਂ ਵੱਧ ਖਰਚ ਕਰ ਦਿੰਦੇ ਅਤੇ ਫਿਰ ਸਾਰੀ ਉਮਰ ਧੱਕੇ ਖਾਂਦੇ ਰਹਿੰਦੇ। ਇਸ ਲਈ ਕਹਿੰਦੇ ਇਹੋ ਜਿਹੇ ਬੜੇ ਲੋਕ ਨੇ ਸੰਸਾਰ 'ਚ, ਅੰਦਰੋਂ ਝੂਠੇ, ਦੇਖਣ ਨੂੰ ਬਾਹਰੋਂ ਬੜੇ ਇੱਜ਼ਤਦਾਰ, ਇਹੋ ਜਿਹੇ ਦੁਨੀਆ 'ਚ ਬੜੇ ਫੈਲੇ ਹੋਏ ਨੇ। ਇਹ ਜੇ ਝੂਠੇ ਲੋਕ ਨੇ ਨਾ ਅੰਦਰੋਂ, 860 ਤੀਰਥ ਜੇ ਨਹਾਵੇਂ ਉਤਰੈ ਨਾਹੀ ਮੈਲ। ਹਿੰਦੂ ਧਰਮ ਅਨੁਸਾਰ ਵਿਸ਼ਵਾਸ ਹੈ ਕਿ ਜਿਹੜਾ 68 ਤੀਰਥਾਂ ਦੇ ਇਸ਼ਨਾਨ ਕਰ ਲਏ ਉਹ ਮੁਕਤੀ ਹੋ ਜਾਂਦੀ, ਉਹਦੀ ਉਹ ਮੁਕਤ ਹੋ ਜਾਂਦਾ। ਸਿੱਖ ਧਰਮ ਇਸ ਗੱਲ 'ਚ ਵਿਸ਼ਵਾਸ ਨਹੀਂ ਕਰਦਾ। ਸਿੱਖ ਧਰਮ ਕਹਿੰਦਾ ਤੀਰਥਾਂ 'ਤੇ ਇਸ਼ਨਾਨ ਕਰਨਾ ਮੁਕਤੀ ਨਹੀਂ ਮਿਲਦੀ, ਮੁਕਤੀ ਨਾਮ ਜਪਣ ਨਾਲ ਮਿਲਦੀ ਹੈ। 20 ਸਾਲ ਗੁਰੂ ਅਮਰਦਾਸ ਮਹਾਰਾਜ ਗੁਰੂ ਬਣਨ ਤੋਂ ਪਹਿਲਾਂ, ਗੁਰੂ ਧਾਰਨ ਕਰਨ ਤੋਂ ਪਹਿਲਾਂ 20 ਸਾਲ ਜਾਂਦੇ ਰਹੇ ਹਰਿਦੁਆਰ ਇਸ਼ਨਾਨ ਕਰਨ। ਜਦੋਂ ਗੁਰੂ ਧਾਰਨ ਕਰ ਲਿਆ ਗੁਰੂ ਅੰਗਦ ਦੇਵ ਮਹਾਰਾਜ ਨੇ, ਮੁੜ ਕੇ ਇਸ਼ਨਾਨ ਕਰਨੀ ਗਏ। ਗਿਆਨ ਹੋ ਗਿਆ ਨਾ ਵੀ ਉਹ ਤੀਰਥ ਇਸ਼ਨਾਨ ਕਰਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ, ਇਹ ਤਾਂ ਸੇਵਾ ਸਿਮਰਨ ਨਾਲ ਹੋਣੀ ਹੈ। ਇਸ ਲਈ ਉਹਨਾਂ ਨੇ 12 ਸਾਲ ਗੁਰੂ ਅੰਗਦ ਦੇਵ ਮਹਾਰਾਜ ਦੀ ਸੰਗਤ ਦੀ ਸੇਵਾ ਕੀਤੀ, ਸਿਮਰਨ ਕੀਤਾ, ਫਿਰ ਆਪ ਗੁਰੂ ਬਣ ਗਏ। ਇਸ ਲਈ ਭਾਵੇਂ 68 ਤੀਰਥਾਂ 'ਤੇ ਇਸ਼ਨਾਨ ਕਰ ਲਓ, ਅੰਦਰ ਦੀ ਮੈਲ ਨਹੀਂ ਉਤਰਦੀ। 860 8 ਅਤੇ 60 ਹੋ ਗਿਆ 68। ਜਿਵੇਂ ਗੁਰਬਾਣੀ ਨੇ 18 ਹੈ 10 20 ਖਸ਼ਟ ਰਾਗ ਉਨ ਗਾਏ ਸੰਗ ਰਾਗਨੀ 30 ਸਭ ਹੈ ਪੁੱਤਰ ਰਾਗਨ ਕੇ 18 10 20 18 ਅਤੇ 10 28 ਅਤੇ 20 48। 48 ਲਿਖਣ ਨਾਲੋਂ 18 10 20 ਲਿਖਤਾ, 68 ਲਿਖਣ ਨਾਲੋਂ 8 60 ਲਿਖਤਾ। 8 ਅਤੇ 60 68 ਹੋ ਗਏ। 68 ਤੀਰਥ ਜੇ ਨਹਾਵੇਂ, ਜੇ ਇਹੋ ਜਿਹੇ ਲੋਕ 68 ਤੀਰਥਾਂ ਦਾ ਵੀ ਇਸ਼ਨਾਨ ਕਰ ਲੈਣ ਨਾ, ਉਤਰੈ ਨਾਹੀ ਮੈਲ। ਜਿਹੜੇ ਉਹਨਾਂ ਦੇ ਮਨ ਨੂੰ ਮੈਲ ਲੱਗੀ ਹੋਏ ਨਾ ਝੂਠ ਬੋਲ ਬੋਲ ਕੇ, ਉਹ ਨਹੀਂ ਲੈਂਦੀ, ਉਹ ਨਹੀਂ ਲੈਂਦੀ। ਬਾਹਰੋਂ ਨਹਾਉਣ ਨਾਲ ਮਨ ਕਦੇ ਸਾਫ਼ ਨਹੀਂ ਹੋਇਆ ਕਰਦਾ। ਜਿੱਥੇ ਮਰਜ਼ੀ ਨਹਾ ਲਓ, ਜਿੱਥੇ ਮਰਜ਼ੀ। ਦਰਿਆਵਾਂ ਦੇ ਪਾਣੀ ਨੂੰ ਪਵਿੱਤਰ ਗਿਣਿਆ ਜਾਂਦਾ ਸੀ। ਗੰਗਾ ਦੇ ਦਰਿਆ ਦਾ ਪਾਣੀ ਸਭ ਤੋਂ ਵੱਧ ਹਿੰਦੂ 'ਚ ਪਵਿੱਤਰ ਗਿਣਿਆ ਜਾਂਦਾ। ਇਸ ਲਈ ਲੋਕ ਗੰਗਾ ਨਹਾਉਣ ਜਾਂਦੇ ਸੀ। ਪਰ ਸਿੱਖ ਧਰਮ ਨੇ ਪ੍ਰਚਾਰ ਕੀਤਾ ਕਿ ਭਾਈ ਇਹ ਤੀਰਥਾਂ ਦੇ ਨਹਾਉਣ ਨਾਲ ਮਨ ਸਾਫ਼ ਨਹੀਂ ਹੋਇਆ ਕਰਦਾ, ਇਹਦੇ ਅੰਦਰ ਸਰੀਰ ਜ਼ਰੂਰ ਸਾਫ਼ ਹੋ ਜਾਂਦਾ ਹੈ। ਨਹਾ ਲਿਆ ਆਪਾਂ। ਸੋ ਕਹਿੰਦੇ ਚਾਹੇ 68 ਤੀਰਥਾਂ 'ਤੇ ਇਹੋ ਜਿਹੇ ਲੋਕ ਨਹਾ ਲੈਣ, ਉਤਰੈ ਨਾਹੀ ਮੈਲ। ਇਹਨਾਂ ਦੇ ਮਨ ਦੀ ਮੈਲ ਨਹੀਂ ਲੈਂਦੇ। ਜਿਨ ਪਟ ਅੰਦਰ, ਪਟ ਰੇਸ਼ਮ ਨੂੰ ਕਹਿੰਦੇ ਨੇ, ਜਿਨ੍ਹਾਂ ਦੇ ਅੰਦਰ ਰੇਸ਼ਮ ਹੈ, ਬਾਹਰ ਗੁੱਦੜ, ਗੁੱਦੜ ਹੁੰਦਾ ਪੁਰਾਣੇ ਕੱਪੜੇ। ਅੰਦਰੋਂ ਜਿਹੜੇ ਵਧੀਆ ਨੇ, ਭਾਵੇਂ ਪਹਿਰਾਵਾ ਉਹਨਾਂ ਦਾ ਪੁਰਾਣੇ ਕੱਪੜੇ ਨੇ, ਫਟੇ ਪੁਰਾਣੇ ਕੱਪੜੇ, ਗਰੀਬੀ ਦਾ ਵਾ, ਅੰਦਰੋਂ ਰੇਸ਼ਮ ਵਰਗੇ ਨਰਮ ਨੇ, ਰੇਸ਼ਮ ਵਰਗੇ ਚਿੱਟੇ ਨੇ, ਮਨ ਦੇ ਬਿਲਕੁਲ ਸਾਫ਼ ਨੇ। ਰੇਸ਼ਮੀ ਕੱਪੜੇ ਨੂੰ ਬਹੁਤ ਵਧੀਆ ਕੱਪੜਾ ਅਤੇ ਮਹਿੰਗਾ ਕੱਪੜਾ ਗਿਣਿਆ ਗਿਆ ਹੈ। ਤਾਂ ਕਹਿੰਦੇ ਅੰਦਰੋਂ ਜਿਹੜੇ ਰੇਸ਼ਮ ਵਰਗੇ ਨੇ, ਭਾਵ ਜੇ ਅੰਦਰੋਂ ਸਾਫ਼ ਮੰਨਦੇ ਨੇ, ਬਾਹਰੋਂ ਭਾਵੇਂ ਗਰੀਬੀ ਦਾਅਵੇ ਕਾਰਨ ਉਹਨਾਂ ਨੇ ਸਧਾਰਨ ਕੱਪੜੇ ਪਾਏ ਹੋਏ ਨੇ ਗੁੱਦੜ, ਤੇ ਭਲੇ ਸੰਸਾਰ, ਉਹ ਸੰਸਾਰ 'ਚ ਫਿਰ ਵੀ ਭਲੇ ਪੁਰਸ਼ ਨੇ। ਕਿਉਂ? ਉਹ ਕੋਈ ਝੂਠਾ ਵਿਖਾਵਾ ਨਹੀਂ ਕਰਦੇ, ਉਹ ਝੂਠ ਨਹੀਂ ਬੋਲਦੇ,
ਉਹ ਵਿਖਾਵਾ ਕਰਕੇ ਲੋਕਾਂ ਨੂੰ ਠੱਗਦੇ ਨਹੀਂ ਹੈਗੇ। ਉਹ ਵਿਖਾਵਾ ਕਰਕੇ ਨਹੀਂ ਠੱਗਦੇ। ਇਹ ਨਹੀਂ ਕਿ ਬਾਹਰੋਂ ਸਾਧੂਆਂ ਵਾਲਾ ਪਹਿਰਾਵਾ ਪਾ ਲਿਆ ਵੀ ਦੇਖਣ ਨੂੰ ਅਗਲਾ ਸਾਧੂ ਲੱਗੇ। ਇਸ ਤਰ੍ਹਾਂ ਨਹੀਂ ਉਹ ਕਰਦੇ। ਉਹ ਮਨ ਦੇ ਵਧੀਆ ਹੁੰਦੇ ਨੇ। ਬਾਹਰੋਂ ਭਾਵੇਂ ਦੇਖਣ ਨੂੰ ਗਰੀਬ ਲੱਗਦੇ ਨੇ, ਗੋਦੜੀ ਪਾਈ ਹੋਈ ਹੈ ਉਹਨਾਂ ਨੇ, ਪਰ ਫਿਰ ਵੀ ਸੰਸਾਰ 'ਚ ਭਲੇ ਪੁਰਸ਼। ਕਿਉਂ? ਇੱਕ ਤਾਂ ਉਹਨਾਂ ਦਾ ਮਨ ਸਾਫ਼ ਹੈ, ਪਾਟ ਰੇਸ਼ਮ ਵਰਗਾ। ਦੂਜਾ ਤਿੰਨ ਨੇਹ ਲੱਗਾ ਰੱਬ ਸੇਤੀ। ਦੇਖਣੇ ਵਿਚਾਰ। ਉਹਨਾਂ ਦਾ ਵਿਚਾਰ ਵਿੱਚ ਪਰਮਾਤਮਾ ਦੇ ਦਰਸ਼ਨ ਕਰਨਾ ਹੁੰਦਾ। ਉਹ ਪਰਮਾਤਮਾ ਦੇ ਦਰਸ਼ਨ ਕਰਨਾ ਚਾਹੁੰਦੇ ਨੇ। ਸਾਡੇ ਵਾਂਗੂ ਕੋਈ ਮੰਗਾ ਨਹੀਂ ਉਹਨਾਂ ਦੀਆਂ ਸੰਸਾਰੀਆਂ ਵੀ ਪੁੱਤਰ ਦਿਓ ਜੀ, ਨੌਕਰੀ ਦਿਓ ਜੀ, ਆਹ ਦਿਓ ਜੀ, ਉਹ ਦਿਓ। ਉਹਨਾਂ ਦੀ ਇੱਕੋ ਹੀ ਇੱਛਾ ਹੁੰਦੀ ਹੈ ਕਿ ਸਾਨੂੰ ਪਰਮਾਤਮਾ ਦੇ ਦਰਸ਼ਨ ਹੋਣ। ਉਹਨਾਂ ਦਾ ਪਰਮਾਤਮਾ ਨੇਹ ਪਿਆਰ ਹੁੰਦਾ। ਇਹਨੇ ਨੇਹ ਲੱਗਾ ਰੱਬ ਸੇਤੀ। ਸੇਤੀ ਦੇ ਨਾਲ ਉਹਨਾਂ ਦਾ ਰੱਬ ਨਾਲ ਪਿਆਰ ਹੁੰਦਾ। ਕਾਹਦੇ ਲਈ? ਦੇਖਣੇ ਵਿਚਾਰ, ਪਰਮਾਤਮਾ ਦੇ ਦਰਸ਼ਨ ਕਰਨ ਲਈ। ਵੀ ਪਰਮਾਤਮਾ ਦੇ ਦਰਸ਼ਨ ਕਰਨੇ। ਰੰਗ ਹੱਸੇ ਰੰਗ ਰੋਵੇਂ, ਚੁੱਪ ਭੀ ਕਰ ਜਾਹੇ। ਰੱਬੀ ਪਿਆਰ 'ਚ ਆ ਕੇ ਕਦੇ ਉਹ ਹੱਸਦੇ ਨੇ, ਕਦੇ ਰੱਬੀ ਪਿਆਰ 'ਚ ਆ ਕੇ ਵੈਰਾਗ 'ਚ ਆ ਕੇ ਰੋਂਦੇ ਨੇ, ਕਦੇ ਚੁੱਪ ਕਰ ਰਹਿੰਦੇ ਨੇ, ਕਿਸੇ ਨਾਲ ਬੋਲਦੇ ਹੀ ਨਹੀਂ ਹੈਗੇ। ਉਹ ਆਪਣੀ ਮੌਜ 'ਚ ਰਹਿੰਦੇ ਨੇ। ਉਹਨਾਂ ਲੋਕਾਂ ਦੀ ਪਰਵਾਹ ਨਹੀਂ ਹੁੰਦੀ ਵੀ ਲੋਕ ਕੀ ਕਹਿਣਗੇ। ਇਹ ਇਕੱਲੇ ਹੀ ਹੱਸੀ ਜਾ ਰਿਹਾ, ਇਹ ਰੋਈ ਜਾ ਰਿਹਾ ਹੈ, ਇਹ ਚੁੱਪ ਹੈ, ਬੋਲਦਾ ਹੀ ਨਹੀਂ ਹੈਗਾ। ਗੁਰੂ ਨਾਨਕ ਦੇਵ ਜੀ 2-3 ਦਿਨ ਲੇਟੇ ਰਹੇ, ਕਿਸੇ ਨਾਲ ਗੱਲ ਹੀ ਨਹੀਂ ਸੀ ਕਰਦੇ। ਮਾਂ ਪਿਓ ਨੂੰ ਚਿੰਤਾ ਹੋ ਗਈ ਵੀ ਬੱਚਾ ਨਾ ਮੰਜੇ ਤੋਂ ਉੱਠਦਾ ਹੈ, ਨਾ ਹੀ ਕੋਈ ਗੱਲਬਾਤ ਕਰਦਾ ਹੈ, ਵੀ ਕਿਤੇ ਬਿਮਾਰੀ ਨਾ ਹੋਵੇ। ਉਹ ਵੈਦ ਬੁਲਾ ਲਏ। ਗੁਰੂ ਮਹਾਰਾਜ ਕੇ ਵੈਦ ਬੁਲਾਇਆ ਵੈਦਗੀ, ਪਕੜ ਢੰਡੋਲੇ ਬਾਂਹ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਂ। ਵੈਦ ਨਬਜ਼ ਵੇਖਦੇ ਵੀ ਕੀ ਬਿਮਾਰੀ ਹੈ। ਕਹਿੰਦੇ ਇਸ ਭੋਲੇ ਵੈਦ ਨੂੰ ਇਹ ਨਹੀਂ ਪਤਾ ਮੈਨੂੰ ਬਿਮਾਰੀ ਕੋਈ ਨਹੀਂ ਹੈ, ਮੇਰੇ ਅੰਦਰ ਤਾਂ ਪਰਮਾਤਮਾ ਪ੍ਰਤੀ ਪਿਆਰ ਹੈ, ਮੈਂ ਉਹਦੇ ਪਿਆਰ 'ਚ ਪਿਆ ਬਸ। ਨਾ ਮੇਰਾ ਕਿਸੇ ਨਾਲ ਗੱਲ ਕਰਨ ਨੂੰ ਜੀਅ ਕਰਦਾ, ਨਾ ਕੋਈ ਖਾਣ ਪੀਣ ਨੂੰ ਜੀਅ ਕਰਦਾ, ਮੈਂ ਤਾਂ ਰੱਬੀ ਪਿਆਰ ਵਿੱਚ ਪਿਆ ਹਾਂ। ਵੈਦ ਜੀ ਮੈਂ ਬਿਮਾਰ ਨਹੀਂ ਹਾਂ। ਇਸ ਲਈ ਰੰਗ ਪਿਆਰ ਨੂੰ ਕਹਿੰਦੇ ਨੇ। ਰੰਗ ਹੱਸੇ, ਕਦੇ ਰੱਬੀ ਪਿਆਰ 'ਚ ਆ ਕੇ ਹੱਸਦੇ ਨੇ। ਰੰਗ ਰੋਵੇਂ, ਕਦੇ ਰੱਬੀ ਪਿਆਰ 'ਚ ਆ ਕੇ ਰੋਂਦੇ ਨੇ। ਚੁੱਪ ਪੀ ਕਰ ਜਾਹੇ, ਤੇ ਕਦੇ ਚੁੱਪ ਕਰਕੇ ਬੈਠ ਜਾਂਦੇ ਨੇ। ਪਰਵਾਹ ਨਾਹੀਂ ਕਿਸੇ ਕੇਰੀ, ਬਾਜ ਸੱਚੇ ਨਾਹ। ਉਹਨਾਂ ਪਰ ਸੱਚੇ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਦੀ ਕੋਈ ਪਰਵਾਹ ਨਹੀਂ ਹੈ। ਜੇ ਉਹਨਾਂ ਨੂੰ ਪਰਵਾਹ ਹੈ ਤਾਂ ਸਿਰਫ ਪਰਮਾਤਮਾ ਦੀ ਹੈ ਕਿ ਪਰਮਾਤਮਾ ਕਿਤੇ ਮੇਰੇ ਨਾਲ ਨਾਰਾਜ਼ ਨਾ ਹੋ ਜਾਵੇ। ਮੈਂ ਕੋਈ ਐਸਾ ਕੰਮ ਨਾ ਕਰ ਬੈਠਾ ਕਿ ਪਰਮਾਤਮਾ ਨਾਰਾਜ਼ ਹੋ ਜਾਏ। ਜੇ ਪਰਮਾਤਮਾ ਨਾਰਾਜ਼ ਹੋ ਜਾਏ ਤਾਂ ਆਪਾਂ ਕੱਲ੍ਹ ਪਰਸੋਂ ਪੜ੍ਹੇ, ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਹ ਕਰਾਇੰਦਾ। ਜੇ ਪਰਮਾਤਮਾ ਕਿਸੇ ਨਾਲ ਨਾਰਾਜ਼ ਹੋ ਜਾਏ ਨਾ ਤਾਂ ਰਾਜਿਆਂ ਮਹਾਰਾਜਿਆਂ ਨੂੰ ਵੀ ਘਾਹ ਹੀ ਬਣਾਉਂਦਾ, ਮੰਗਤਾ ਬਣਾ ਕੇ ਰੱਖਦਾ ਰਾਜਾ ਮਹਾਰਾਜਾ ਨੂੰ ਜੋ ਚਾਹੇ ਤਾਂ। ਕਿੰਨੇ ਹੀ ਰਾਜੇ ਨੇ ਜਦੋਂ ਗੱਦੀਆਂ ਲੱਥੇ ਜੇਲਾਂ ਹੋ ਗਈਆਂ। ਵਿਰੋਧੀ ਪਾਰਟੀ ਦਾ ਜਦੋਂ ਰਾਜ ਆਇਆ ਉਹਨਾਂ ਮੁਕੱਦਮਾ ਚਲਾਇਆ, ਫੜ ਕੇ ਅੰਦਰ ਕਰਤਾ ਵੀ ਤੂੰ ਮਹਾ ਕਰਪਟ ਸੀ। ਤਾਂ ਇਸ ਲਈ ਕਿੱਥੇ ਰਾਜ ਭਾਗ, ਅੱਗੇ ਪਿੱਛੇ ਅੱਗੇ ਪਿੱਛੇ, ਕਿੱਥੇ ਜੇਲ੍ਹ। ਕਿਉਂ?
परमात्मा की नज़र उपट्ठी हो गई है। इसलिए वो परमात्मा तो बिना बाज सच्चे ना, सच्चे परमात्मा तो बिना परवाह ना ही किसे केरी। उन्होंने किसी की परवाह नहीं होंदी। कोई चंगा कहो मंदा कहो, उन्होंने इस गल की कोई परवाह नहीं होंदी, क्योंकि जिन्हें रब की प्राप्ति करनी है ना, उन्होंने इको ही मिशन होंदा, इको ही उद्देश होंदा, इको लगन लगी लई जाती है टोर अनंत उन्हां दी, वसलों उरे मुकाम न कोई। मिलाप तुरां रुकदे ही नहीं है, तुरे ही रहिंदे ने, तुरे ही रहिंदे ने, तुरे ही रहिंदे ने। जिवें दरिया वगदा जांदा है, वगदा जांदा है, वगदा जांदा है, अखीर नूं समुद्र दे विच जा रलदा है। दरिया दा उद्देश की है? समुद्र विच मिलना। मनुख का भी उद्देश है परमात्मा विच मिलना। इसलिए जिन्होंने अपने उद्देश का पता है, ਉਹਦਾ नाम जपते रहते हैं, ਉਹਦੀ रज़ा च रहते हैं। वो किसी की कोई परवाह नहीं करते, कोई चंगा कहता मंदा कहता, जो है कोई भला कहो कोई बुरा कहो, हम तो तन दिया है ढार, कबीर साहब कहते। उसते अपना शरीर ही अर्पण कर दिता है परमात्मा नूं। हुण कोई चाहे चंगा कहो चाहे मंदा कहो। दर वाट उपर खर्च मंगा, जबै दे तां खाहें। परमात्मा दे दर ते, हुण दर ते पहुँचना, हुण रस्ते जर वाट रस्ता। परमात्मा दे दर ते जाना ते वाट रस्ता, उत्ते कदे खर्च मंगदे परमात्मा तो। किते भी जाना है पैसा तो चाहिए ना, खर्च तो चाहिए। काहदा खर्च मंगते ने वो? नाम दा, भी सानू नाम दा खर्चा दिओ, सानू नाम दी दात दिओ। जबै दे, जदों परमात्मा ये दात दिंदा है तां खाहें, उदों ही इस दात नूं वो प्राप्त करते हैं। उन्हां दा उद्देश हुंदा है कि असीं परमात्मा नूं मिलना है, ते परमात्मा नूं मिलण लई नाम दी दात दी लोड़ है। इसलिए नाम की दात मंगते हैं, तो जदों मिल जाती है फिर नाम जपते रहते हैं। यही उन्होंने खुराक है। दीवान एको, परमात्मा एक, उसका दरबार एक, एको कलम, इको ही कलम ना सारिਆਂ ਦੇ हिसाब किताब लिखता है परमात्मा। परमात्मा दरबार भी इको, कलम भी इको। हमा तुमा मेल, हमा तुमा मेल भाव जिहड़े जीव ने, ये संयोगां कारण जीवन का आपस मेल हुंदा है। ये पिछले संयोगां कारण साडा हुण मेल है। संयोगां कारण कोई साडी माँ बन गई, कोई बाप बन गया, कोई पुत्र बन गया, कोई भरा बन गया, कोई भैन बन गई, कोई चाचा बन गया, कोई ताया बन गया, कोई दोस्त बन गया। ये संयोगां कारण हुंदा। तां ही गुरबाणी कहदे धीआं पुत्तर ये तो संयोग सन तुहाडे इन्हां दे नाल, ये संयोगां कारण तुहाडे घर पैदा होए ने। मूर्ख जाणे अपने धीआं पूत संयोग, ये तो पिछले संयोगां कारण तुहाडे घर पैदा होए ने। मूर्ख कहते ने साडे ने। गुरबाणी कहते मूर्ख लोग समझते ने धीआं पुत्तर साडे ने, ये तो संयोगां कारण तुहाडे घर आए ने। ये तो संयोगां कारण तुहाडे घर आए ने। कई बार अपना किसी नाल भी संयोग नहीं हुंदा, कोई बच्चा हुंदा ही नहीं, किसी नाल संयोग ही नहीं सी, होया ही नहीं, कारण कोई बन जाए। कई तीन नाल संयोग होंदे तीन जवाक हो जाते, कई चार नाल संयोग होंदे चार हो जाते, किते दो नाल हुंदा दो हो जाते हैं। ये गल संयोगां दे। आपां भी संसार हमा तुमा मेल, जीवन का जिहड़ा मेल है वो जिहड़ा संयोगां कारण हुंदा। दर लए लेखा पीड़ छुटै, नानका ज्यों तेल।
ਜਦੋਂ ਮਨੁੱਖ ਪਰਮਾਤਮਾ ਦੇ ਦਰ 'ਤੇ ਜਾਂਦਾ ਹੈ, ਫਿਰ ਹਿਸਾਬ ਕਿਤਾਬ ਹੁੰਦਾ, ਲਏ ਲੇਖਾ, ਫਿਰ ਪਰਮਾਤਮਾ ਹਿਸਾਬ ਕਿਤਾਬ ਲੈਂਦਾ। ਹਿਸਾਬ ਕਿਤਾਬ ਠੀਕ ਨਹੀਂ ਹੈ, ਕਿਉਂਕਿ ਅੰਦਰੋਂ ਝੂਠੇ ਅਤੇ ਬਾਹਰੋਂ ਸੱਚੇ ਬਣਦੇ ਸਨ। ਲੋਕਾਂ ਨਾਲ ਸਾਰੀ ਉਮਰ ਕਰਦੇ ਰਹੇ ਠੱਗੀਆਂ। ਹੁਣ ਜਦੋਂ ਹੋਇਆ ਲੇਖਾ, ਪੀੜ ਛੁੱਟੈ ਨਾਨਕਾ ਜਿਉਂ ਤੇਲ। ਜਿਵੇਂ ਸਰੋਂ ਦਾ ਤੇਲ ਕੱਢਣਾ ਹੋਵੇ, ਤਿਲਾਂ ਦਾ ਤੇਲ ਕੱਢਣਾ ਹੋਵੇ, ਤਾਂ ਫਿਰ ਕੋਹਲੂ 'ਚ ਉਸ ਜਿਹੜੇ ਬੀਜ ਨੇ ਉਹ ਪੀਸੇ ਜਾਂਦੇ ਨੇ, ਫਿਰ ਉਹਨਾਂ 'ਚੋਂ ਤੇਲ ਨਿਕਲਦਾ ਹੈ। ਉਹਨੂੰ ਕਹਿੰਦੇ ਪੀੜਨਾ। ਜਿਵੇਂ ਗੰਨੇ ਪੀੜੇ ਜਾਂਦੇ ਨੇ ਘਲਾੜੀ 'ਚ, ਫਿਰ ਉਹ 'ਚ ਰਸ ਨਿਕਲਦਾ, ਜਿਸ ਤੋਂ ਅੱਗੇ ਗੁੜ, ਸ਼ੱਕਰ, ਚੀਨੀ ਤਿਆਰ ਹੁੰਦੀ। ਫਿਰ ਜਦੋਂ ਲੇਖਾ ਹੁੰਦਾ ਨਾ, ਫਿਰ ਕਹਿੰਦਾ ਜਿਵੇਂ ਤੇਲ ਕੱਢਣ ਲਈ ਤਿਲ ਪੀੜੇ ਜਾਂਦੇ ਨੇ, ਇਸ ਤਰ੍ਹਾਂ ਇਹਨਾਂ ਨੂੰ ਫਿਰ ਕੋਹਲੂ ਦੇ ਵਿੱਚ ਪੀੜਿਆ ਜਾਂਦਾ ਹੈ। ਇਹਨਾਂ ਨੂੰ, ਪਾਪੀ ਬੰਦਿਆਂ ਨੂੰ, ਇਹ ਠੱਗਾਂ ਨੂੰ, ਦੂਜਿਆਂ ਨੂੰ ਧੋਖਾ ਦੇਣ ਵਾਲੇ, ਉੱਤੋਂ ਕੁਝ ਹੋਰ, ਵਿੱਚੋਂ ਕੁਝ ਹੋਰ, ਫਿਰ ਉੱਥੇ ਹੁੰਦਾ ਹਿਸਾਬ ਕਿਤਾਬ। ਫਿਰ ਕੋਹਲੂ ਦੇ ਵਿੱਚ ਇਸ ਤਰ੍ਹਾਂ ਪੀੜ ਦਿੱਤੇ ਜਾਂਦੇ ਨੇ ਜਿਵੇਂ ਸਰੋਂ ਦੇ ਬੀਜ ਪੀੜੇ ਜਾਂਦੇ ਨੇ ਜਾਂ ਤਿਲਾਂ ਦੇ ਬੀਜ ਪੀੜੇ ਜਾਂਦੇ ਤੇਲ ਕੱਢਣ ਲਈ। ਇਸ ਤਰ੍ਹਾਂ ਦੀ ਸਜ਼ਾਵਾਂ ਫਿਰ ਉੱਥੇ ਮਿਲਦੀਆਂ, ਪਰ ਬੰਦਾ ਡਰਦਾ ਕੋਈ ਨਹੀਂ ਹੈ, ਬਾਣੀ ਪੜ੍ਹਦਾ। ਇਹ ਗੱਲਾਂ ਤਾਂ ਜਿਹੜੇ ਕੀਰਤਨ ਸੁਣਦੇ ਨੇ ਆਸਾ ਦੀ ਵਾਰ ਰੋਜ਼ ਸਵੇਰੇ, ਕਈ ਲੋਕ ਨਿਤਾ ਪ੍ਰਤੀ ਆਸਾ ਦੀ ਵਾਰ ਸੁਣਦੇ ਨੇ, ਇਹ ਗੱਲ ਰੋਜ਼ ਹੀ ਸੁਣਦੇ ਹੋਣਗੇ ਕਿ ਜਿੰਨੇ ਸੁਣਨ ਵਾਲੇ ਨੂੰ ਸਾਰੇ ਡਰ ਗਏ ਨੇ ਵੀ ਸਾਡਾ ਹਿਸਾਬ ਕਿਤਾਬ ਹੋਣਾ, ਅਸੀਂ ਠੱਗੀਆਂ ਨਾ ਕਰੀਏ ਨਾ। ਆਸਾ ਦੀ ਵਾਰ ਵੀ ਸੁਣੀ, ਦਫ਼ਤਰ ਜਾ ਕੇ ਰਿਸ਼ਵਤਾਂ ਵੀ ਲਈਆਂ। ਆਸਾ ਦੀ ਵਾਰ ਵੀ ਸੁਣੀ ਅਤੇ ਦੁੱਧ 'ਚ ਪਾਣੀ ਪਾ ਕੇ ਵੇਚਿਆ। ਆਸਾ ਦੀ ਵਾਰ ਵੀ ਸੁਣੀ ਅਤੇ ਹੋਰ ਵੀ ਠੱਗੀਆਂ ਕਰਦੇ ਰਹੇ। ਇਹ ਸੁਣਨਾ ਸੁਣਾਉਣਾ ਫਾਰਮੈਲਿਟੀਜ਼ ਹੋ ਗਿਆ। ਕਈ ਗੁਰਦੁਆਰਾ ਸਾਹਿਬ ਜਾਣੇ ਉਹਦੇ ਲਿਖਦਾ ਅੱਜ ਦਾ ਵਿਚਾਰ ਜਾਂ ਅੱਜ ਦਾ ਹੁਕਮਨਾਮਾ, ਵੀ ਹੁਕਮਨਾਮਾ ਬੜੇ ਪਿਆਰ ਨਾਲ ਪੜ੍ਹਦੇ ਨੇ, ਹੱਥ ਜੋੜ ਕੇ ਪੜ੍ਹਦੇ ਨੇ, ਪਰ ਸਾਰਾ ਦਿਨ ਉਸ ਹੁਕਮ 'ਤੇ ਨਹੀਂ ਚੱਲਦੇ। ਉਸ ਹੁਕਮਨਾਮੇ ਨੂੰ ਪੜ੍ਹਨ ਦਾ ਕਿਆ ਫਾਇਦਾ ਜਿਹਨੂੰ ਤੁਸੀਂ ਮੰਨਣਾ ਹੀ ਨਹੀਂ ਹੈ, ਮੰਨਣਾ ਹੀ ਨਹੀਂ। ਸਰਕਾਰ ਦਾ ਹੁਕਮ ਹੈ ਭਾਈ ਜਦੋਂ ਤੁਸੀਂ ਘਰੋਂ ਬਾਹਰ ਨਿਕਲੋ ਮੂੰਹ 'ਤੇ ਕੱਪੜਾ ਬੰਨ੍ਹ ਕੇ ਨਿਕਲੋ, ਇਹ 'ਚ ਤੁਹਾਡਾ ਵੀ ਫਾਇਦਾ ਹੈ ਅਤੇ ਜਿਹੜਾ ਤੁਹਾਡੇ ਨੇੜੇ ਆ ਕੇ ਗੱਲ ਕਰ ਰਿਹਾ ਉਹਨੂੰ ਵੀ ਫਾਇਦਾ ਹੈ। ਹੋ ਸਕਦਾ ਉਸ ਨੂੰ ਕੋਈ ਸਾਹ ਦੀ ਬਿਮਾਰੀ, ਕਰੋਨਾ ਜਾਂ TB ਹੋਵੇ, ਤੁਹਾਡਾ ਮੂੰਹ ਨਹੀਂ ਢੱਕਿਆ, ਉਹਨੇ ਤੁਹਾਡੇ ਕੋਲ ਆ ਕੇ ਗੱਲ ਕੀਤੀ, ਉਹਦੇ ਜਰਮ ਤੁਹਾਡੇ ਅੰਦਰ ਚਲੇ ਗਏ, ਤੁਸੀਂ ਬਿਮਾਰ ਹੋ ਗਏ। ਮੰਨ ਲਓ ਤੁਸੀਂ ਬਿਮਾਰ ਹੋ ਅਤੇ ਕਿਸੇ ਤੰਦਰੁਸਤ ਨਾਲ ਗੱਲ ਕਰ ਰਹੇ ਹੋ ਬਿਨਾਂ ਮੂੰਹ ਢੱਕੇ ਹੋਏ, ਅਤੇ ਉਹਨੇ ਵੀ ਨਹੀਂ ਢੱਕਿਆ, ਤਾਂ ਫਿਰ ਉਹ ਬਿਮਾਰ ਹੋ ਜਾਏਗਾ, ਉਹ ਬਿਮਾਰ ਹੋ ਜਾਏਗਾ। ਕਿ ਕੁਝ ਕਾਨੂੰਨ ਸਾਡੇ ਭਲੇ ਲਈ ਨੇ, ਕੁਝ ਕਾਨੂੰਨ ਸਰਕਾਰਾਂ ਆਪਣੇ ਭਲੇ ਲਈ ਬਣਾਉਂਦੀਆਂ, ਲੋਕਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਆ ਖੇਤੀਬਾੜੀ ਜਿਹੜਾ ਕਾਨੂੰਨ ਬਣਾਇਆ, ਇਹ ਜੱਟਾਂ ਦੇ ਭਲੇ ਲਈ ਕੋਈ ਨਹੀਂ ਬਣਾਇਆ ਹੋਇਆ। ਆ ਜਿਹੜੀ 2000 ਰੁਪਏ ਨੂੰ ਕਣਕ ਵਿਕਦੀ ਹੈ ਨਾ, 1000 ਨੂੰ ਵਿਕਿਆ ਕਰੇਗੀ, ਪਰ ਤੁਹਾਨੂੰ ਆਟਾ ਉਹੀ 2500 ਨੂੰ ਹੀ ਮਿਲਣਾ ਕੁਇੰਟਲ। ਅਮੀਰਾਂ ਨੇ ਖਰੀਦ ਲੈਣੀ ਹੈ ਸਸਤੇ ਭਾਅ 'ਤੇ, ਜਿੰਨਾ ਸਰਕਾਰ ਨੇ ਭਾਅ ਬੰਨੇ ਉਹਨੇ ਦੇ ਕਿਸੇ ਨਹੀਂ ਖਰੀਦਣੀ, ਕਿਉਂਕਿ ਸਰਕਾਰ ਨੇ ਖਰੀਦਣੀ ਕੋਈ ਨਹੀਂ। ਅਤੇ ਦੂਜੇ ਕਹਿੰਦੇ ਵੀ ਇੰਨੇ ਨੂੰ ਦੇਣੀ ਤਾਂ ਲੈ ਲੈਣੇ, ਨਹੀਂ ਤਾਂ ਆਪਣੀ ਰੱਖੀ ਰੱਖ। ਕਿਸਾਨ ਇੰਨੀ ਫਸਲ ਰੱਖ ਨਹੀਂ ਸਕਦਾ। ਹੁਣੇ ਦੇਖ ਲਓ, ਮੱਕੀ ਦਾ ਭਾਅ ਸਰਕਾਰ ਨੇ 1480 ਰੁਪਏ ਕੁਇੰਟਲ ਰੱਖਿਆ, ਮੱਕੀ 700 ਰੁਪਏ ਨੂੰ ਵਿਕ ਰਹੀ ਹੈ। ਕਹਿੰਦੇ ਵੇਚਣੀ ਹੈ, ਵੇਚ ਦਿਓ 700 ਨੂੰ, ਨਹੀਂ ਰੱਖੀ ਰੱਖੋ। ਕਿਆ ਕਰੇਗਾ ਕਿਸਾਨ? ਕੁਝ ਕਾਨੂੰਨ
ਵਿਖਾਵਾ ਹੁੰਦਾ ਕਿ ਤੁਹਾਡੇ ਭਲੇ ਲਈ ਨੇ, ਐਕਚੁਅਲੀ ਸਾਡੇ ਭਲੇ ਲਈ ਉਹ ਕਾਨੂੰਨ ਕੋਈ ਨਹੀਂ ਹੁੰਦੇ। ਉਹ 'ਚ ਸਰਕਾਰਾਂ ਨੂੰ ਫਾਇਦਾ ਹੁੰਦਾ, ਉਹਨਾਂ ਨੇ ਆਪਣਾ ਫਾਇਦਾ ਵੇਖਣਾ, ਸਾਡਾ ਤੁਹਾਡਾ ਭਲਾ ਕੋਈ ਨਹੀਂ ਵੇਖਣਾ। ਹਾਂ, ਕੁਝ ਕਾਨੂੰਨ ਨੇ ਜਿਹੜੇ ਪਬਲਿਕ ਦੇ ਭਲੇ ਲਈ ਹੁੰਦੇ ਨੇ, ਉਹਨਾਂ ਨੂੰ ਮੰਨਣਾ ਸਾਡਾ ਆਪਣਾ ਹੀ ਫਾਇਦਾ ਹੈ। ਹੁਣ ਜੇ ਕਾਨੂੰਨ ਕਿਸਾਨਾਂ ਦੇ ਹੱਕ 'ਚ ਹੁੰਦਾ, ਮੰਨ ਲਓ, ਉਹ ਕਿਉਂ ਵੀ ਮੁਜ਼ਾਹਰੇ ਕਰਦੇ, ਉਹ ਕਿਉਂ ਹੜਤਾਲਾਂ ਕਰਦੇ, ਉਹ ਕਿਉਂ ਸੜਕਾਂ ਰੋਕਦੇ, ਉਹ ਕਿਉਂ ਹਫ਼ਤਾ ਟੈਂਟ ਲਾ ਕੇ ਬੈਠੇ ਰਹਿੰਦੇ ਹਨ, ਉਹ ਕਿਉਂ ਰੇਲ ਗੱਡੀਆਂ ਰੋਕਦੇ? ਉਹਨਾਂ ਨੂੰ ਪਤਾ ਵੀ ਇਹ 'ਚ ਸਾਡਾ ਪੱਠਾ ਬਹਿ ਜਾਣਾ ਹੈ, ਸਾਡੀ ਫਸਲ ਕਿਸੇ ਖਰੀਦਣੀ ਨਹੀਂ ਹੈਗੀ। ਲੇਕਿਨ ਮੇਰੀ ਬਹੁਤ ਵੱਡੀ 78 ਸਾਲ ਉਮਰ ਹੋ ਗਈ ਹੈ, ਮੈਂ ਉਹ ਵੀ ਦਿਨ ਵੇਖੇ। ਮੈਂ ਕਿਸਾਨਾਂ ਦਾ ਲੜਕਾ, ਜੱਟਾਂ ਦਾ ਮੁੰਡਾ। ਮੈਂ ਜਦੋਂ ਸਰਕਾਰ ਨਹੀਂ ਸੀ ਖਰੀਦਿਆ ਕਰਦੀ, ਇਹ ਤਾਂ ਬਾਅਦ 'ਚ ਕਾਨੂੰਨ ਬਣਾਇਆ ਵੀ ਜੇ ਵਪਾਰੀ ਨਹੀਂ ਖਰੀਦਣਗੇ ਤਾਂ ਸਰਕਾਰ ਇੰਨੀ ਕੀਮਤ 'ਤੇ ਫਸਲ ਖਰੀਦੇਗੀ, ਤਾਂ ਹੀ ਅਗਲਾ ਮੰਡੀਆਂ 'ਚ ਲੈ ਕੇ ਆਉਂਦਾ ਵੀ ਚੱਲ ਵਪਾਰੀ ਜੇ ਖਰੀਦਣੀ ਤਾਂ ਸਰਕਾਰ ਤਾਂ ਖਰੀਦੇਗੀ। ਹੁਣ ਸਰਕਾਰ ਨੇ ਕਹਿਤਾ ਅਸੀਂ ਤਾਂ ਖਰੀਦਣੀ ਨਹੀਂ, ਵਪਾਰੀ ਖਰੀਦਣਗੇ। ਉਦੋਂ ਵੀ ਐਂ ਸੀ, ਸਰਕਾਰ ਨਹੀਂ ਸੀ ਖਰੀਦਦੀ, ਵਪਾਰੀ ਖਰੀਦਦੇ ਸਨ। ਇਹ ਚਲਾਕ ਤਬਕਾ ਹੁੰਦਾ। ਵਪਾਰੀ ਬੰਦਾ ਸਿਆਣਾ ਭਾਵੇਂ ਨਾ, ਚਲਾਕ ਜ਼ਰੂਰ ਹੁੰਦਾ, ਯਾਦ ਰੱਖਣਾ। ਆਪੇ ਸਲਾਹ ਕਰ ਲੈਣੀ ਵੀ ਇੱਦੋਂ ਵੱਧ ਦੀ ਆਪਾਂ ਖਰੀਦਣੀ ਵੀ ਨਹੀਂ ਹੈ, ਕਿਹਨੂੰ ਵੇਚਣਗੇ? ਜਿਵੇਂ ਆਪਣੇ ਪੰਜਾਬੀ ਪਲੰਬਰ ਨਹੀਂ ਹੈਗੇ, ਨਹੀਂ ਨਾ ਹੈਗੇ, ਕੀ ਕਰਾਂ, ਕਿਤੇ ਇੱਕ ਅੱਧਾ ਹੋਵੇ, ਕਿਤੇ ਭਈਏ ਨਾ ਸਾਰੇ ਪਲੰਬਰ, ਇਹ 20-20 25-25 ਇਕੱਠੇ ਹੀ ਰਹਿੰਦੇ ਨੇ। ਆਪੇ ਸਲਾਹ ਕਰ ਲੈਂਦੇ ਨੇ ਵੀ ਇੱਦੋਂ ਘੱਟ ਲੈਣੇ ਹੀ ਨਹੀਂ, ਤੇ ਤੈਨੂੰ ਨਹੀਂ ਕਰਨਗੇ, ਮੈਨੂੰ ਕਰ ਲੈ, ਮੈਨੂੰ ਨਹੀਂ ਕਰਨੇ, ਫਲਾਣ ਕਰਨੇ, ਆਪਣੇ ਸਾਡੇ 'ਚ ਕਿਸੇ ਝਾੜੇ ਨਾ, ਇੱਦੋਂ ਘੱਟ ਲੈਣੇ ਹੀ ਨਹੀਂ। ਟੂਟੀ ਨੂੰ ਹੱਥ ਲਾਉਣ ਦੇ 50 ਰੁਪਈਏ ਲੈਣੇ ਨੇ। ਦਿੰਦੇ ਹੋ ਕਿ ਨਹੀਂ? ਦਿੰਦੇ ਹੋ ਨਾ, ਕਿਉਂਕਿ ਪੰਜਾਬੀ ਪਲੰਬਰ ਨਹੀਂ ਹੈਗੇ। ਜੇ ਮੁਕਾਬਲਾ ਹੋਵੇ ਫਿਰ ਰੇਟ ਘੱਟ ਜੇ, ਉਹ ਆਪ ਹੀ ਨਹੀਂ, ਇਸ ਲਈ ਸਲਾਹ ਕਰ ਲੈਂਦੇ ਨੇ ਇਹਦੋਂ ਘੱਟ ਲੈਣੇ ਹੀ ਨਹੀਂ ਹੈਗੇ, ਅਤੇ ਤੁਹਾਨੂੰ ਦੇਣੇ ਪੈਂਦੇ ਨੇ ਉਸ ਤਰ੍ਹਾਂ। ਇਸ ਲਈ ਉਦੋਂ ਫਿਰ ਇਸ ਤਰੀਕੇ ਕਰਿਆ ਕਰਦੇ, ਸਲਾਹ ਕਰ ਲੈਂਦੇ ਵੀ ਇੰਨੇ ਦੇਣੇ ਦੇ ਦਿਓ ਜੀ, ਨਹੀਂ ਆਪਣੇ ਰੱਖੀ ਰੱਖੋ। ਹੁਣ ਕਿਸਾਨ ਇੰਨੇ ਕੁਇੰਟਲ ਕਣਕ ਜਾਂ ਜੀਰੀ ਕਿੱਥੇ ਆਪਣੇ ਘਰਾਂ 'ਚ ਰੱਖ ਲਏਗਾ? ਇਸ ਮੈਂ ਦੇਖਿਆ ਮਜਬੂਰੀ 'ਚ ਵੇਚਦੇ ਹੋਏ, ਉੱਧਰ ਲੋੜ ਹੈ ਪੈਸੇ ਦੀ, ਉੱਧਰੋਂ ਫਸਲ ਮਹਿੰਗੀ ਵਿਕ ਨਹੀਂ ਰਹੀ, ਪੂਰਾ ਰੇਟ ਨਹੀਂ ਮਿਲ ਰਿਹਾ, ਪਰ ਮਜਬੂਰੀ ਸਸਤਾ ਵੇਚ ਰਿਹਾ ਹੈ। ਐਂ ਫਿਰ ਜਿਹੜੇ ਇਹੋ ਜਿਹੇ ਲੋਕ ਠੱਗੀਆਂ ਕਰਨਗੇ ਨਾ, ਦਰ ਲਏ ਲੇਖਾ ਪੀੜ ਛੁੱਟੈ ਨਾਨਕਾ ਜਿਉਂ ਤੇਲ, ਉਹਨਾਂ ਦਾ ਵੀ ਫਿਰ ਆਹੀ ਹਾਲ ਹੋਣਾ। ਵੀ ਕਰ ਲਓ ਤੁਸੀਂ, ਮਜਬੂਰੀ ਦਾ ਨਜਾਇਜ਼ ਫਾਇਦਾ ਉਠਾ ਲਓ। ਤੁਹਾਡਾ ਵੀ ਜਦੋਂ ਹਿਸਾਬ ਕਿਤਾਬ ਹੋਵੇਗਾ, ਫਿਰ ਤੁਹਾਨੂੰ ਵੀ ਤਿਲਾਂ ਦੇ ਵਿੱਚ, ਜਿਵੇਂ ਨਾ ਕੋਲੂ 'ਚ ਤਿਲ ਪੀੜੀ ਦੇ ਨੇ, ਐਂ ਪੀੜੇ ਜਾਣਗੇ। ਸੋ ਕੁਝ ਲੋਕ ਉੱਪਰੋਂ ਹੋਰ ਨੇ, ਅੰਦਰੋਂ ਹੋਰ ਨੇ। ਇਹੋ ਜਿਹੇ ਦਾ ਇਸ 'ਚ ਵਰਣਨ ਦਿੱਤਾ ਹੈ। ਜੈ 'ਚ ਵਰਣਨ ਸੀ ਵੀ ਜਿਹਨਾਂ ਨੂੰ ਬੋਲਣ ਦਾ ਚੱਜ ਨਹੀਂ, ਫਿੱਕਾ ਬੋਲਦੇ, ਬੋਲਣ ਦਾ ਚੱਜ ਨਹੀਂ। ਥੋੜ੍ਹਾ ਬੋਲੋ ਪਰ ਸੋਚ ਕੇ ਬੋਲੋ, ਕਿਉਂਕਿ ਜਿਹੜੇ ਇੱਕ ਵਾਰੀ ਸ਼ਬਦ ਮੂੰਹੋਂ ਨਿਕਲ ਕੇ ਵਾਪਸ ਨਹੀਂ ਆਉਂਦੇ, ਇਹ ਵਾਪਸ ਨਹੀਂ ਆਇਆ ਕਰਦੇ। ਇਸ ਲਈ ਜਿਹੜਾ ਥੋੜ੍ਹਾ ਬੋਲਦਾ ਉਹ ਹਮੇਸ਼ਾ ਸੋਚ ਕੇ ਬੋਲਦਾ, ਜਿਹੜਾ ਫਾਲਤੂ ਬੋਲੀ ਜਾਂਦਾ ਉਹ ਬਿਨਾਂ ਸੋਚੇ ਬੋਲੀ ਜਾਂਦਾ। ਕਈ ਵਾਰੀ ਅਵਾ ਤਵਾ ਬੋਲਿਆ ਜਾਂਦਾ, ਗਲਤ ਮਲਤ ਬੋਲਿਆ ਜਾਂਦਾ ਹੈ, ਉਹ ਫਿਰ ਬੇਸਵਾਦੀ ਹੋ ਜਾਂਦੀ ਹੈ। ਸੋ ਸਤਿਕਾਰਯੋਗ ਸਾਧ ਸੰਗਤ, ਸਮਾਂ ਹੋ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।